ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸਾਬਕਾ ਮੰਤਰੀਆਂ ਤੇ ਮੌਜੂਦਾ ਸਰਕਾਰ ਦੀ ਨਜ਼ਰ ਹੈ, ਸੂਬਾ ਸਰਕਾਰ ਦੀ ਨਜ਼ਰ ਹੈ, ਤੇ ਇਸੇ ਕਰਕੇ ਹੁਣ ਕਾਂਗਰਸ ਵੀ ਫਰੰਟ ਫੁੱਟ ਤੇ ਆ ਗਈ ਹੈ। ਕਾਂਗਰਸ ਨੂੰ ਇਉਂ ਲੱਗਣ ਲੱਗ ਪਿਆ ਕਿ ਪ੍ਰੋਟੈਸਟ ਕਰਾਂਗੇ ਤੇ ਸਰਕਾਰ ਬੈਕ ਫੁੱਟ ਤੇ ਆ ਜਾਊਗੀ। ਪਰ ਸਰਕਾਰ ਕੀ ਸੋਚਦੀ ਪਈ ਹੈ ਸਾਨੂੰ ਨਹੀਂ ਪਤਾਗਾ, ਪਰ ਕਾਂਗਰਸ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਜੇ ਸਾਡੇ ਵੇਲੇ ਮੰਤਰੀ ਰਹੇ ਉਹਨਾਂ ਤੇ ਜੇ ਹੱਥ ਪੈ ਗਿਆ ਤੇ ਫਿਰ ਜਿਹੜਾ ਮਾੜੀ ਮੋਟੀ ਸਥਿਤੀ ਹੈਗੀ ਉਹ ਵੀ ਡਾਵਾਡੋਲ ਹੋ ਜਾਊਗੀ। ਤੇ ਕਾਂਗਰਸ ਮੈਮੋਰੈਂਡਮ ਦੇਣਾ ਚਾਹੁੰਦੀ ਹੈ, ਵਿਜੀਲੈਂਸ ਦੇ ਖਿਲਾਫ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ, ਤੇ ਇਸ ਦੇ ਵਿਚਾਲੇ ਇਹ ਕਹਿੰਦੀ ਹੈ ਕਿ ਅਸੀਂ ਖੜੇ ਹਾਂ ਤੇ ਸਾਨੂੰ ਕਰ ਲਓ ਗ੍ਰਿਫਤਾਰ। ਤੇ ਉਹ ਕਹਿੰਦੇ ਆ ਨਾਲੇ ਕਿ ਬਿਆਨਾਂ ਆਧਾਰ ਤੇ ਬਿਨਾਂ ਜਾਂਚ ਤੋਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ, ਤੇ ਨਾਲੇ ਕਿਹਾ ਜਾ ਰਿਹਾ ਕਿ ਰਾਤ ਦੇ ਹਨੇਰੇ ਜਿਹੜਾ ਹੱਥ ਪਾਇਆ ਗਿਆ ਉਹਦਾ ਹੀ ਜਵਾਬ ਦੇਣ ਲਈ ਆਏ ਹਾਂ। ਬਹੁਤ ਸਾਰੇ ਸਵਾਲ ਹੈ, ਤੇ ਸਵਾਲ ਇਹ ਵੀ ਨਾਲ ਕਾਂਗਰਸ ਕਰਦੀ ਪਈ ਹੈ ਕਿ ਆਮ ਆਦਮੀ ਪਾਰਟੀ ਕਰਪਸ਼ਨ ਦੇ ਮਾਮਲੇ ਵਿੱਚ ਦੋਗਲਾ ਕਿਰਦਾਰ ਸਾਹਮਣੇ ਲਿਆ ਰਹੀ ਹੈ। ਦਿੱਲੀ ਦੇ ਵਿੱਚ ਕੁਝ ਹੋਰ ਤੇ ਪੰਜਾਬ ਵਿੱਚ ਕੁਝ ਹੋਰ, ਤੇ ਨਾਲ ਉਹਨਾਂ ਦੇ ਜਿਹੜੇ ਮੰਤਰੀ ਰਹੇ ਆ ਉਹਨਾਂ ਤੇ ਵੀ ਸਵਾਲ ਉੱਠਦੇ ਪਏ। ਬਹੁਤ ਸਾਰੇ ਸਵਾਲ ਇਸ ਦੇ ਵਿਚਾਲੇ ਪੁੱਛੇ ਜਾਣਗੇ, ਪਰ ਅਸੀਂ ਇਹ ਪੁੱਛਾਂਗੇ ਕਰਪਸ਼ਨ ਤੇ ਕਲੇਸ਼ ਪਿੱਛੇ ਕਹਾਣੀ ਕੀ। बड़ा सवाल तुहाडे सामने है कि कांग्रेस के रोस प्रदर्शन नाल सूबा सरकार बैकफुट ते आ जाएगी। इस सवाल ते बहस होगी। पैनल साडे नाल तुहाडा तरफ होने ते उस बाद डिबेट ओपन करदा। शीतल अंगराल MLA ने आम आदमी पार्टी दे ते इन्हां दी पार्टी के खिलाफ ये प्रोटेस्ट किया जा रहा है, तो MLA साहब जवाब की देंगे इन्हां समझने की कोशिश करें। शीतल अंगराल तुहाडा बहुत स्वागत है। मैं बहुत बहुत धन्यवाद करदा तुहाडा सारिਆਂ ਦਾ जी। शीतल जी वेलकम जी। भाजी ਜਿਹੜਾ सवाल पूछਿਆ है मैं एक मिनट सवाल का पूछना है शीतल जी, पूछना है सवाल मैं बाकियां वेलकम कर लैन दो। सुदेव सिंह रोपड़ कांग्रेस स्पोक्सपर्सन है, प्रोटेस्ट में शामिल सीगे। वैसे इन्होंने प्रोटेस्ट किया जाए कि नहीं किया जाए मैंने नहीं पता, रोपड़ साहब दसणगे। रोपड़ साहब तुहाडा बहुत स्वागत है। डॉक्टर जसविंदर कौर सोल श्रोमणी अकाली दल के स्पोक्सपर्सन है, तो इन्हों की पार्टी विजिलेंस के मामले इन्होंने समझ नहीं आ रहा बोलना की है, तो अज पूछांगे बोलना की है इन्होंने। डॉक्टर जसविंदर कौर सोल तुहाडा बहुत स्वागत है। चेतन जोशी भारतीय जनता पार्टी स्पोक्सपर्सन है, ये सीधा सीधा दिल्ली मॉडल से सवाल चुकणगे, मैंने भी पता है। चेतन जोशी तुहाडा बहुत स्वागत है। सब तो पहला सवाल शीतल अंगराल तुहानूं करना चाहुंदा सीगा, ਤੇ ਤੁਸੀਂ ਜਵਾਬ ਦੇ ਦਿਓ ਆਪੇ ਜਿਹੜਾ ਤੁਸੀਂ ਸੋਚਿਆ ਹੋਇਆ, ਮੈਂ ਤਾਂ ਬਾਅਦ ਸਵਾਲ ਕਰੂੰਗਾ। ਨਹੀਂ ਜੀ, ਜੋ ਜਿਸ ਗੱਲ ਨੂੰ ਤੁਸੀਂ ਚਾਲੂ ਕੀਤਾ ਪਹਿਲੇ ਕਿ ਅੱਜ ਜੋ ਕਾਂਗਰਸ ਨੇ ਪ੍ਰਦਰਸ਼ਨ ਕਰਕੇ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਆਪ ਦੇ ਵਿੱਚ ਡਰ ਸਤਾ ਰਿਹਾ ਉਹਨਾਂ ਨੂੰ ਕਿ ਜੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ ਤੇ ਫਿਰ ਜਿਹੜੀ ਜਾਂਚ ਚੱਲ ਰਹੀ ਹੈ ਉਹਨੂੰ ਕਿਉਂ ਰੋਕਣ ਦੀ ਕੋਸ਼ਿਸ਼ ਕਰ ਰਹੇ ਆ। ਜੇ ਉਹ ਸੱਚੇ ਹੈ ਤੇ ਜਿਸ ਤਰੀਕੇ ਦਾ ਜਿਹੜਾ ਡਰਾਮਾ ਹੋਇਆ ਅੱਜ ਜਿਹੜਾ ਪੰਜਾਬ ਦੇ ਲੋਕ ਜਿਹੜਾ ਦੇਖ ਰਹੇ ਆ, ਇਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕੀਤਾ ਉਹਨਾਂ ਨੇ। ਨਹੀਂ शीतल जी ਇਹਨਾਂ ਦੇ ਕਿਹੜੇ ਜਿਹੜੇ ਮੰਤਰੀ ਰਹੇ ਆ ਉਹ ਤੁਹਾਡੀ ਰਡਾਰ ਤੇ ਹੈ। ਧਰਮਸੋਤ ਥਰਾਂ ਤੋਂ ਤੁਸੀਂ ਰਾਤ ਦੇ ਹਨੇਰੇ 'ਚ ਚੱਕ ਲਿਆ ਸੀਗਾ, ਹੋਰ ਕਿਹੜੇ ਰਡਾਰ ਤੇ ਤੁਹਾਡੇ शीतल ਜੀ? ਭਾਜੀ ਸਾਡੀ ਰਾੜ ਦੇ ਉੱਤੇ ਕੋਈ ਵੀ ਨਹੀਂ ਹੈ। ਆਮ ਆਦਮੀ ਪਾਰਟੀ ਦੇ ਜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੇ ਅੱਜ ਕਿਤੇ ਹੈਲਥ ਦੀ ਫਾਈਲ ਮੰਗਾਉਂਦੇ ਆ ਪੁਰਾਣੀ ਟਾਈਮ 'ਚ ਕੀ ਹੋਇਆ, ਇਹ ਲੋਕ ਆਪ ਹੀ ਬੋਲ ਪੈਂਦੇ ਆ। ਜੇ ਅੱਜ ਅਸੀਂ ਕਿਸੇ ਤਰੀਕੇ ਦੀ ਜੇਲ੍ਹ ਦੀ ਗੱਲ ਕਰਦੇ ਆ, ਅਸੀਂ ਕਿ ਜਿਹੜੇ ਲੋਕ ਉੱਥੇ ਰਹਿ ਕੇ ਗਏ ਆ ਇਹ ਆਪ ਹੀ ਬੋਲ ਪੈਂਦੇ ਆ। ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ। ਚਲੋ ਮੈਂ ਨਾਮ ਗਨਾਵਾ ਕੁਛ शीतल ਜੀ ਉਹਦੇ ਟਿਕ ਕਰ ਦਿਓ ਜੇ ਤੁਹਾਨੂੰ ਵਾਜਬ ਲੱਗਦਾ ਤਾਂ। ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਭਾਰਤ ਭੂਸ਼ਣ ਆਸ਼ੂ, ਰਾਜਾ ਵੜਿੰਗ, ਇਹਨਾਂ ਦੇ ਨਾਮ ਹੈਗੇ ਆ? ਬਿਲਕੁਲ ਜੀ, ਇਹਨਾਂ ਦੇ ਡਿਪਾਰਟਮੈਂਟ ਹੈ, ਨਾਮ ਨਹੀਂ ਇਹਨਾਂ ਦੇ। ਅੱਛਾ, ਇਹ ਜਿਹੜੇ ਡਿਪਾਰਟਮੈਂਟ ਦੇ ਵਿੱਚ ਮਿਨਿਸਟਰ ਰਹਿ ਕੇ ਗਏ ਆ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਗਰ ਉਹਨਾਂ ਦੀ ਫਾਈਲਾਂ ਨੂੰ ਜੇ ਚੈੱਕ ਕਰ ਰਹੇ ਆ ਕਿ ਕੀ ਪੰਜਾਬ ਦਾ ਜਿਹੜਾ ਕਰਜ਼ਾ ਕਿੱਦਾਂ ਚੜਿਆ, ਜਿਹੜਾ ਪੰਜਾਬ ਦਾ ਜਿਹੜਾ ਇੰਨਾ ਲੱਖ ਕਰਜ਼ਾ ਚੜ ਗਏ, ਅੱਜ ਪੰਜਾਬ ਜਿਹੜਾ ਕਰਜ਼ਾਈ ਹੋਇਆ ਪਿਆ ਉਹ ਕਿਹਨਾਂ ਲੋਕਾਂ ਨੇ। ਇਹ ਲੋਕ ਜੇ ਨਹੀਂ ਹੈ ਇਹਨਾਂ ਦੇ ਖਿਲਾਫ, ਜੇ ਇਹਨਾਂ ਨੇ ਕੁਝ ਕਰਪਸ਼ਨ ਨਹੀਂ ਕੀਤੀ ਤੇ ਸਰਕਾਰ ਕੋਈ ਧੱਕਾ ਥੋੜੀ ਕਰ ਰਹੀ ਹੈ। ਨਹੀਂ शीतल जी ਇਹ ਦੱਸ ਦਿਓ, शीतल ਜੀ ਇਹ ਦੱਸ ਦਿਓ, ਇਹ ਡਰੇ ਹੋਏ ਆ ਜਾਂ ਤੁਹਾਨੂੰ ਡਰਾ ਰਹੇ ਆ? ਇਹ ਡਰੇ ਹੋਏ ਆ ਜੀ, ਇਹ ਡਰੇ ਹੋਏ ਆ। ਇਹ ਮਤਲਬ ਕਿ ਆਪਣੀ ਚੋਰੀ ਛਪਾਉਣ ਦੇ ਲਈ ਇਹ ਡਰਾਮੇਬਾਜ਼ੀ ਕਰ ਰਹੇ। ਚਲੋ ਸੁਦੇਵ ਸਿੰਘ ਰੋਪੜ ਐ ਸਰਕਾਰ ਡਰ ਜੂਗੀ? ਰੋਪੜ ਸਾਹਿਬ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਨਹੀਂ ਡਰਦੇ, ਕਾਰਵਾਈ ਕਰਾਂਗੇ। ਗੱਲ ਇੱਕ ਹੈ ਕਿ ਪੀ ਜੀ ਇਹ ਤਾਂ ਇਹਨਾਂ ਕੋਲ ਨਾ ਇੱਕ ਸ਼ਬਦ ਲੱਭ ਗਿਆ ਇਹਨੂੰ ਡਰ। ਕਦੇ ਕਹਿੰਦੇ ਮੋਦੀ ਜੀ ਸਾਥੋਂ ਡਰ ਗਏ, ਕਦੇ ਕਹਿੰਦੇ ਕਾਂਗਰਸ ਸਾਥੋਂ ਡਰ ਗਈ, ਕਦੇ ਦਿੱਲੀ ਮਾਡਲ ਤੋਂ ਇਹ ਸਾਰੇ ਡਰ ਗਏ। ਇਹਨਾਂ ਕੋਲ ਇੱਕ ਸ਼ਬਦ ਲੱਭ ਗਿਆ ਇਹਨਾਂ ਨੂੰ ਡਰ। ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਦੇਖੋ ਅੱਜ ਜੋ ਹੋਇਆ, ਅੱਜ ਅਸੀਂ ਨਾ ਕੋਈ ਪ੍ਰੋਟੈਸਟ ਸੀ, ਨਾ ਕੋਈ ਧਰਨਾ ਸੀ, ਨਾ ਕੋਈ ਡੈਮੋਨਸਟ੍ਰੇਸ਼ਨ ਸੀ, ਸਿਰਫ ਤੇ ਸਿਰਫ ਜਿਹੜੇ ਕੁਝ MLA ਤੇ ਜਾਂ ਕੁਝ ਇਲੈਕਸ਼ਨ ਲੜੇ ਸੀ ਤੇ ਜਾਂ ਕੁਝ ਸਪੋਕਸਪਰਸਨ ਅੱਜ ਸਿਰਫ ਮੈਮੋਰੈਂਡਮ ਦੇਣ ਗਏ ਸੀ। ਐਡਾ ਤਾਮਝਾਮ ਕਰਕੇ ਇਹਨਾਂ ਨੇ ਕਰਤਾ, ਉੱਥੇ ਬੈਰੀਕੇਡਿੰਗ ਕਰੋ, ਫਲਾਨਾ ਕਰੋ, ਢਗਾਣਾ ਕਰੋ, ਵੀ ਇੱਕ ਪੁਲਿਸ ਨੂੰ ਇੰਨਾ ਕਿਤੇ ਖਤਰਾ ਹੋ ਗਿਆ।
ਜਦੋਂ ਹਮਲਾ ਹੁੰਦਾ ਇਹਨਾਂ ਤੇ ਉੱਤੇ ਦਫ਼ਤਰ ਤੇ, ਉਦੋਂ ਇਹਨਾਂ ਤੋਂ ਰੋਕਿਆ ਨਹੀਂ ਜਾਂਦਾ। ਹੁਣ ਇਹਨਾਂ ਨੇ ਜੇ ਕੋਈ ਇੱਕ ਪੋਲੀਟੀਕਲ ਪਾਰਟੀ ਆ ਕੇ ਆਪਣਾ ਮੈਮੋਰੈਂਡਮ ਦੇਣਾ ਚਾਹੁੰਦੀ ਹੈ, ਉਦੋਂ ਇਹਨਾਂ ਨੇ ਨਾ ਤਾਮਝਾਮ ਕਰ ਲਿਆ। ਪਰ ਇਸ ਕਰਕੇ ਅੱਜ ਜਿਹੜੀਆਂ ਗੱਲਾਂ ਕਰਦੇ ਸਾਡੀ ਰਡਾਰ ਤੇ ਹੈ ਜੀ, ਇਹ ਡਰ ਗਏ ਜੀ। ਦੇਖੋ ਗੱਲ ਇੱਕ ਹੈ, ਇਹ ਜਦੋਂ ਤਾਂ ਇਹਨਾਂ ਦਾ ਕੋਈ ਬੰਦਾ ਕਰਪਸ਼ਨ ਦੇ ਮਾਮਲੇ 'ਚ ਹੁੰਦਾ ਹੈ, ਉਦੋਂ ਕਹਿੰਦੇ ਜੀ ਏਜੰਸੀਆਂ ਸਾਨੂੰ ਤੰਗ ਕਰਦੀਆਂ। ਮੈਂ ਨਹੀਂ ਏਜੰਸੀਆਂ ਨੂੰ ਕੋਈ ਇੱਥੇ ਕਲੀਨ ਚਿੱਟ ਦਿੰਦਾ ਵੀ ਈਡੀ ਨੂੰ ਕਲੀਨ ਚਿੱਟ ਜਾਂ ਸੀਬੀਆਈ ਨੂੰ ਕਲੀਨ ਚਿੱਟ, ਪਰ ਕੁਝ ਸਵਾਲ ਤਾਂ ਖੜੇ ਹੁੰਦੇ ਹੀ ਨੇ ਨਾ। ਦੇਖੋ ਜੇ ਸਤਿੰਦਰ ਜੈਨ ਹੈ ਤਾਂ ਸਤਿੰਦਰ ਜੈਨ ਨੂੰ ਕਹਿੰਦੇ ਜੀ ਅਸੀਂ ਦੇਣਾ ਪਦਮ ਭੂਸ਼ਣ ਦਿਓ। ਜੇ ਹੁਣ ਸਿਸੋਦੀਆ ਜੀ ਨੇ, ਦੇਖੋ ਸਿਸੋਦੀਆ ਜੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਘਾਲੇ ਮਾਲੇ ਤਾਂ ਦਿਖਦੇ ਹੀ ਨੇ ਨਾ। ਤੁਸੀਂ ਸਰਕਾਰੀ ਠੇਕਿਆਂ ਨੂੰ ਪ੍ਰਾਈਵੇਟ 'ਚ ਲੈ ਗਏ, ਪ੍ਰਾਈਵੇਟ 'ਚ ਵੀ ਉਹ 150 ਕਰੋੜ ਦੀ ਵਰਥ ਵਾਲਾ ਬੰਦਾ ਹੀ ਠੇਕਾ ਲੈ ਸਕਦਾ ਹੈ। ਔਰ ਉਸ ਤੋਂ ਬਾਅਦ ਤੁਸੀਂ ਫਾਈਲ ਐਲਜੀ ਕੋਲੇ ਜਾਣੀ ਹੁੰਦੀ ਹੈ, ਤੁਸੀਂ ਖੁਦ ਹੀ ਕੈਬਨਿਟ 'ਚ ਵੀ ਨਹੀਂ ਗਏ, ਸੀਐਮ ਕੋਲੇ ਵੀ ਨਹੀਂ ਫਾਈਲ ਭੇਜੀ। ਸਿਸੋਦੀਆ ਜੀ ਖੁਦ ਹੀ ਉਹ 'ਚ ਅਮੈਂਡਮੈਂਟਾਂ ਕਰ ਦਿੰਦੇ ਨੇ, ਫਿਰ ਉਹ ਕਹਿੰਦੇ ਅਸੀਂ ਬਾਗ ਸਾਹਿਬ ਰੋਪੜ ਸਾਹਿਬ ਜਿਹੜਾ ਸਵਾਲ ਤੁਸੀਂ ਚੱਕਦੇ ਪਿਓ, ਮੇਰਾ ਇੱਕ ਸਵਾਲ ਹੈ, ਜੇ ਕੈਪਟਨ ਅਮਰਿੰਦਰ ਸਿੰਘ ਜਾਂਚ ਦੀ ਆਂਚ ਜਾਂਦੀ ਹੈ, ਕੈਪਟਨ ਅਮਰਿੰਦਰ ਸਿੰਘ ਤੁਹਾਡਾ ਸਟੈਂਡ ਕੀ ਹੈ? ਜਾਵੇ? ਦੇਖੋ ਗੱਲ ਇੱਕ ਹੈ, ਜੇ ਕੈਪਟਨ ਸਾਹਿਬ ਦੇ ਜਾਂਦੀ ਹੈ, ਜੇ ਕੋਈ ਉਹਨਾਂ ਦੇ ਖਿਲਾਫ ਹੈ, ਪਰ ਜਿਹੜਾ ਇਹ ਮਾਮਲਾ ਉਹਨਾਂ ਦੇ ਖਿਲਾਫ ਇਹ ਗੱਲ ਕਰਦੇ ਆ, ਮੈਂ ਹੁਣ ਉਹਦੇ ਵੀ ਆ ਜਾਓ। ਹੁਣ ਮੈਂ ਉਹੀ ਗੱਲ ਕਰਦਾ ਨਾ, ਇਹਨਾਂ ਨੇ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਇੱਕ ਮਸ਼ੀਨਾਂ ਆਈਆਂ, ਮਸ਼ੀਨਾਂ ਦੇਣੀਆਂ ਸੀਗੀਆਂ ਫਾਰਮਰਸ ਨੂੰ। ਮੇਰੀ ਗੱਲ ਸੁਣੋ, ਸਵਾਲ ਤੇ ਆ ਜਾਓ ਨਾ, ਸਵਾਲ ਤੇ ਆ ਜਾਓ। ਜੇ ਕੈਪਟਨ ਅਮਰਿੰਦਰ ਸਿੰਘ ਤੇ ਉਂਗਲ ਚੱਕਦੀ ਆ ਮੌਜੂਦਾ ਸਰਕਾਰ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਨਹੀਂ, ਮੈਂ ਕਿਹਾ ਸਾਨੂੰ ਕੀ ਇਤਰਾਜ਼ ਹੋ ਸਕਦਾ? ਸਾਨੂੰ ਤਾਂ ਦੇਖੋ ਜ਼ੀਰੋ ਟੋਲਰੈਂਸ ਹੈ। ਜੇ ਕੋਈ ਸਾਡਾ ਬੰਦਾ ਗਿਲਟੀ ਹੈ, ਸਾਨੂੰ ਉਹਦੇ ਵੀ ਕੋਈ ਇਤਰਾਜ਼ ਨਹੀਂ। ਜੇ ਕੈਪਟਨ ਅਮਰਿੰਦਰ ਸਿੰਘ ਦੀ ਜਾਂਚ ਚਲੀ ਗਈ ਨਾ ਰੋਪੜ ਸਾਹਿਬ, ਫਿਰ ਇਹਦਾ ਮਤਲਬ ਤੁਹਾਡੇ ਤੇ ਆ ਗਈ, ਜਿਹੜੇ ਤੁਹਾਡੇ ਨਾਲ ਅੱਜ ਸ਼ਾਮਲ ਮੈਮੋਰੈਂਡਮ ਦੇਣ ਵਾਲੇ। ਮੈਂ ਕਹਿੰਦਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ। ਜੇ ਹੁਣ ਸਿਟੀ ਸੈਂਟਰ ਸਕੈਮ ਦੇ ਵਿੱਚ ਕੈਪਟਨ ਸਾਹਿਬ ਤੇ ਆਈ ਸੀ, ਬਾਕੀ ਕਿਹਦੇ ਤੇ ਆਈ ਸੀ? ਚੌਧਰੀ ਜਗਜੀਤ ਤੇ ਕੈਪਟਨ ਸਾਹਿਬ ਦੀ ਆਈ ਸੀ ਨਾ। ਇਸ ਕਰਕੇ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਸਾਰਿਆਂ ਤੇ ਆ ਗਈ। ਇਹ ਨਹੀਂ ਹੈਗਾ ਕੱਲ ਤੁਸੀਂ ਰੋਪੜ ਸਾਹਿਬ, ਫਿਰ ਆਪਾਂ ਸਵਾਲ ਹੋਰ ਸਿੱਧਾ ਕਰ ਦਿੰਦੇ। ਰੋਪੜ ਸਾਹਿਬ ਸਵਾਲ ਸਿੱਧਾ ਕਰ ਦਿੰਦੇ ਆ। 75-25 ਦਾ ਇਲਜ਼ਾਮ ਤੁਸੀਂ ਲੋਕ ਲਾਉਂਦੇ ਰਹੇ ਹੋ, ਕੈਪਟਨ ਅਮਰਿੰਦਰ ਸਿੰਘ ਤੇ ਜਾਂਚ ਦੀ ਆਂਚ ਆਉਂਦੀ ਹੈ, ਤਾੜੀਆਂ ਮਾਰੋਗੇ? ਰੋਪੜ ਸਾਹਿਬ ਨਹੀਂ, ਅਸੀਂ ਕੋਈ ਤਾੜੀਆਂ ਮਾਰਾਂਗੇ। ਦੇਖੋ ਗੱਲ ਇੱਕ ਹੈ, ਅਸੀਂ ਕਿਸੇ ਤੇ ਵੀ ਜਾਂਚ ਹੁੰਦੀ ਹੈ, ਜਾਂਚ ਤੋਂ ਬਾਅਦ ਜਦੋਂ ਕੋਈ ਗਿਲਟੀ ਹੋਊਗਾ, ਅਲਟੀਮੇਟਲੀ ਤਾਂ ਗਿਲਟੀ ਉਹਨੂੰ ਉਦੋਂ ਕਿਹਾ ਜਾਣਾ ਹੈ। ਉਸ ਤੋਂ ਪਹਿਲਾਂ ਜਾਂਚ ਤਾਂ ਜਿਹਦੇ ਤੇ ਮਰਜ਼ੀ ਕਰ ਲਓ। ਚਲੋ ਮੈਂ ਵਾਪਸ ਆ ਜਾਊਂਗਾ। ਡਾਕਟਰ ਜਸਵਿੰਦਰ ਕੌਰ ਸੋਲ, ਵਿਜੀਲੈਂਸ ਦੀ ਦੁਰਵਰਤੋਂ ਕਰਦੀ ਪਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ। जी बिल्कुल, गल तो पहले है कि कांग्रेस सरकार ने पहला ही जो इन्हां दे 5 साल सरकार मेरा सवाल हो रहा है मैडम सोल, मेरा सवाल हो रहा है, कृपा करके जे सवाल तुहानू पसंद नहीं आया आपां सवाल नवा कर लांगे। सवाल आप नवा कर लांगे। मेरा सवाल पसंद नहीं आया तुहानू मैडम सोल, मेरा सवाल पसंद नहीं आया तुहानू? नहीं, बहुत बहुत वधिया सवाल तुसीं कीता है। मैं सवाल कर, मैं दोबारा कर देना, दोबारा बंदा भुल जांदा कई वारी, मैं दोबारा कर देना। विजिलेंस दी दुरवरतों करदी पई है पंजाब सरकार, अकाली दल दा स्टैंड जी। विजिलेंस की दुरवरतों पंजाब सरकार तो कर नहीं रहे ने, लेकिन ਜਿਹੜੇ कांग्रेस वाले ने उन्होंने जो आज क्रिएट किया एक ड्रामा सी सरासर। क्योंकि मैनू लगता है कि इन्वेस्टिगेशंस होनियां चाहिए जिन्हां ने पंजाब के हक्कां ते डाके डाले ने ते जो कपले हुए ने उन्हां दे लई। मैनू समझ नहीं आई मैडम सोल, मैं दुविधा ही फस गया, पता नहीं तुसीं दुविधा ही फसे हुए हो। एक पासे तुसीं कह रहे विजिलेंस की दुरवरतों करदी पई सरकार, दूजे पासे तुसीं कह रहे हो कांग्रेस ड्रामा करदी पई है। ये है कि ये अकाली दल नूं समझ नहीं आ रहा खड़ना कित्थे आ। नहीं जी, खड़ना की गल मतलब है कि आम आदमी पार्टी दुरवरतों कर नहीं रही। इत्थे गल आ रही है कि कानून दी, प्रशासन दी, कि जदों विजिलेंस अगर अपना कोई काम कर रही है, चाहे वो साडी सरकार होवे, चाहे आम आदमी पार्टी दी सरकार होवे, चाहे कोई होर सरकार होवे, तां इह किते ना किते ड्यूटी बनदी है कि जो पिछलियां सरकारां दे विच कपले होए ने या जो पंजाब दे जिहड़े हक्कां ते डाके पए ने उन्हां दे दोषी सामने आउण ते उन्हां ते कार्रवाई सख्त तो सख्त होवे। क्योंकि इन्हां दे मंत्री ऑलरेडी साधु सिंह जिहड़े ने ओ जेल च ने, आशू जी ते उत्ते मामला दर्ज है, और तीसरा सुखी रंधावा जी जिहड़ी ओ गैंगस्टर सी मुख्तार अंसारी, उन्हां नूं वीआईपी ट्रीटमेंट देण दे विच गिरे होए ने। इदां इन्हां दे जिहड़े इन्हां दी आप दी जिहड़ी है ना, इन्हां दे जो डॉक्टर सोल मैंने एक चीज दस दो डॉक्टर सोल, और ठीक है तुहाडी गल, मैं तुहाडी गल ले लिया हो सवाल तुहाडा। डॉक्टर सोल ਤੁਹਾਨੂੰ ਇਹ ਲੱਗਦਾ ਕਿ ਜਿਵੇਂ ਇਹਨਾਂ ਦੇ ਅੱਜ ਆਪਣਾ ਰਾਜਾ ਵੜਿੰਗ ਜੀ ਦੀ ਸਟੇਟਮੈਂਟ ਸੀ ਕਿ 2022 ਦੇ ਵਿੱਚ ਅੱਜ ਤੁਸੀਂ ਸਾਡੀਆਂ ਫਾਈਲਾਂ ਖੋਲ ਰਹੇ ਹੋ ਤੇ 2027 ਦੇ ਵਿੱਚ ਅਸੀਂ ਤੁਹਾਡੀਆਂ ਫਾਈਲਾਂ ਖੋਲਾਂਗੇ। ਚਲੋ ਮੇਰਾ ਇੱਕ ਸਵਾਲ ਲੈ ਲਓ ਡਾਕਟਰ ਸੋਲ, ਮੇਰਾ ਸਵਾਲ ਲੈ ਲਓ ਹੁਣ। ਜੇ ਧਰਮਸੋਤ ਵਾਲਾ ਮਾਮਲਾ ਐ ਨਾ ਹੋਵੇ ਫਾਈਲਾਂ ਅਕਾਲੀ ਬੀਜੇਪੀ ਸਰਕਾਰ ਵਾਲੀਆਂ ਵੀ ਖੁੱਲ ਜਾਣ, ਜੁੜਦੀਆਂ ਕੜੀਆਂ।
ਦੇਖੋ ਜੀ, ਅਕਾਲੀ ਬੀਜੇਪੀ ਦੇ ਉੱਤੇ ਵੀ ਇਹਨਾਂ ਨੇ ਬਿਕਰਮਜੀਤ ਮਜੀਠੀਆ ਜੀ ਦੇ ਉੱਤੇ ਇਹਨਾਂ ਦੀ ਜਿਹੜੀ ਸਰਕਾਰ ਸੀ ਬੜੇ ਝੂਠੇ ਮਾਮਲੇ ਦਰਜ ਕਰਕੇ ਉਹਨਾਂ ਤੇ ਵੀ ਪਰਚੇ ਕਰਵਾਏ ਨੇ, ਪਰ ਉਹਨਾਂ ਨੂੰ ਕਾਨੂੰਨ ਤੇ ਯਕੀਨ ਸੀ, ਵਾਹਿਗੁਰੂ ਜੀ ਤੇ ਯਕੀਨ ਸੀ, ਤੇ ਅੱਜ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਸਵਾਲ ਕੋਈ ਹੋਰ ਦਿੱਤੀ। ਕਰਦਾ, ਪਤਾ ਨਹੀਂ ਜਵਾਬ ਤੁਸੀਂ ਹੋਰ ਦਿੰਦੇ ਹੋ, ਪਤਾ ਨਹੀਂ ਕੀ ਚੱਕਰ ਹੈ। ਮੈਨੂੰ ਲੱਗਦਾ ਸਵਾਲ ਕਰਨੇ ਨਹੀਂ ਆ ਰਹੇ ਮੈਨੂੰ। ਇੱਕ ਛੋਟਾ ਬ੍ਰੇਕ ਲੈਣਾ, ਮੈਂ ਸੋਚਦਾ ਕੁਝ ਮੈਨੂੰ ਸਵਾਲ ਆ ਜਾਵੇ ਸ਼ਾਇਦ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕਰਪਸ਼ਨ ਤੇ ਕਲੇਸ਼ ਪਿੱਛੇ ਅਸਲ ਕਹਾਣੀ ਹੈ ਕੀ ਹੈ? ਤੇ ਵੱਡਾ ਸਵਾਲ ਅਸੀਂ ਪੁੱਛਦੇ ਹਾਂ ਕਿ ਕਾਂਗਰਸ ਰੋਸ ਪ੍ਰਦਰਸ਼ਨ ਨਾਲ ਸੂਬਾ ਸਰਕਾਰ ਬੈਕਫੁੱਟ ਤੇ ਆ ਜਾਵੇਗੀ। ਇੱਕ ਮਿੰਟ ਆ ਰਿਹਾ ਮਿਸਟਰ ਚੇਤਨ ਸੁਦੇਸ਼ ਰੋਪੜਾ, ਕੀ ਕਹਿਣਾ ਚਾਹ ਰਹੇ ਹੋ ਤੁਸੀਂ? ਮੇਰਾ ਤਾਂ ਇੱਕ ਸਵਾਲ ਸੀ ਮੈਡਮ ਨੂੰ। ਪਿਛਲੇ ਦਿਨਾਂ ਦੇ ਵਿੱਚ ਸ਼ਰਨਜੀਤ ਸਿੰਘ ਢਿੱਲੋਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਲੁਧਿਆਣੇ ਦੇ ਨਾਲ ਅਕਾਲੀ ਦਲ ਦੇ ਲੀਡਰ ਲੈ ਕੇ, ਵੀ ਸਾਡੇ ਤੇ ਵਿਜੀਲੈਂਸ ਨਜਾਇਜ਼ ਮੇਰਾ ਕੇਸ ਖੋਲ ਰਹੀ ਹੈ, ਉਹ ਜਿਹੜਾ ਇਰੀਗੇਸ਼ਨ ਸਕੈਮ ਵਾਲਾ, ਔਰ ਕਹਿੰਦਾ ਵੀ ਇਹ ਮੇਰੇ ਖਿਲਾਫ ਜਿਹੜਾ ਹੈਗਾ ਝੂਠਾ ਹੋ ਰਿਹਾ ਹੈ। ਔਰ ਮੇਰੀ ਇੱਕ ਗੱਲ ਦੀ ਉਹ ਹੈ ਵੀ ਹੁਣ ਮੈਡਮ ਨੂੰ ਜਾਂ ਤਾਂ ਸ਼ਰਨਜੀਤ ਢਿੱਲੋਂ ਹੋ ਸਕਦਾ ਅਕਾਲੀ ਦਲ ਜੋ ਰੁੱਸਿਆਂ ਦੇ ਵਿੱਚ ਹੋਣਗੇ ਤਾਂ ਨਹੀਂ ਇਹ ਉਹਨਾਂ ਦੀ ਗੱਲ ਨੂੰ ਇਹਨਾਂ ਨੂੰ ਉਹ ਲੱਗੀ। ਇੱਕ ਪਾਸੇ ਤਾਂ ਇਹ ਕਹਿੰਦੇ ਜਾਂਚ ਏਜੰਸੀਆਂ ਠੀਕ ਕਰ ਰਹੀਆਂ ਨੇ, ਦੂਜੇ ਪਾਸੇ ਜੇ ਸ਼ਰਨਜੀਤ ਢਿੱਲੋਂ ਬੈਠ ਕੇ ਜਾਂਚ ਏਜੰਸੀਆਂ ਦੇ ਕਿੰਤੂ ਪ੍ਰੰਤੂ ਕਰ ਰਹੇ ਸੀਗੇ, ਵਿਜੀਲੈਂਸ ਦੀ ਕਿੰਤੂ ਪ੍ਰੰਤੂ ਕਰ ਰਹੇ ਸੀਗੇ। ਔਰ ਇਸ ਕਰਕੇ ਮੈਨੂੰ ਲੱਗਦਾ ਜਾਂ ਤਾਂ ਸ਼ਰਨਜੀਤ ਢਿੱਲੋਂ ਰੁੱਸਿਆਂ ਦੇ ਵਿੱਚ ਹੋਊਗਾ, ਜਿਹੜਾ ਮੈਡਮ ਨੂੰ ਲੱਗਦਾ ਵੀ ਠੀਕ ਹੈ ਸ਼ਰਨਜੀਤ ਜਾਵੇ ਠੱਠੇ ਖੂਚ, ਜਾਂ ਆਪਣੇ ਸੇਖੋ ਸਾਹਿਬ ਜਾਣ ਠੱਠੇ ਖੂਚ। ਇਸ ਕਰਕੇ ਇਹ ਗੱਲ ਮੈਡਮ ਜ਼ਰੂਰ ਕਲੀਅਰ ਕਰ। ਠੀਕ। ਹਾਂ ਮੈਡਮ ਸੋਲ ਪਲੀਜ਼। ਜੀ ਤੁਸੀਂ ਅਕਾਲੀ ਦਲ ਦੀ ਵੀਰ ਜੀ ਨਹੀਂ ਫਿਕਰ ਨਾ ਕਰੋ। ਮੈਨੂੰ ਲੱਗਦਾ ਕਿ ਜਿਹੜੀ ਕਾਂਗਰਸ ਪਾਰਟੀ 5 ਸਾਲ ਪਿਛਲੇ ਲੰਘਾ ਗਈ ਹੈ ਉਹ ਤੁਹਾਡੇ ਕਲੇਸ਼ 'ਚ ਹੀ ਨਿਕਲੇ। ਜਵਾਬ ਨਹੀਂ ਦੇਣਾ ਨਾ ਤੁਸੀਂ ਜਵਾਬ ਨਹੀਂ ਦੇਣਾ। ਤੁਸੀਂ ਲਾਈਨ ਟੱਚ ਤੇ ਹੀ ਫਿਰਨਾ, ਤੁਸੀਂ ਲਾਈਨ ਟੱਚ ਤੇ ਕਬੱਡੀ ਪਾਉਣੀ ਹੈ, ਜਵਾਬ ਨਹੀਂ ਦੇਣਾ ਤੁਸੀਂ ਨਾ। ਆਂਟੀ ਨੇ ਤੇ ਵੜਿੰਗ ਸਾਹਿਬ ਦੀ ਗੱਡੀ ਅੰਦਰ ਵੇਖ ਜਵਾਬ ਨਾ ਦੇਣਾ। ਰੋਪੜ ਸਾਹਿਬ ਸੁਣ ਲਿਆ ਨਾ, ਰੋਪੜ ਸਾਹਿਬ ਸੁਣ ਲਿਆ, ਰੋਪੜ ਸਾਹਿਬ ਸੁਣ ਲਿਆ, ਰੋਪੜ ਸਾਹਿਬ ਸੁਣ ਲਿਆ, ਆਪਾਂ ਸੁਣ ਲਿਆ, ਰੋਪੜ ਸਾਹਿਬ ਸੁਣ ਲਿਆ। ਚੇਤਨ ਜੋਸ਼ੀ ਰਣੇ ਪਾਣੀ ਪੀ ਲਿਆ। ਹਾਂ ਰੋਪੜ ਸਾਹਿਬ ਸੁਣ ਲਿਆ। ਤੁਸੀਂ ਪੰਜਾਬ ਨੂੰ ਪਿੱਛੇ ਕਰਤਾ 5 ਸਾਲ 'ਚ ਇੱਕ ਕੁਰਸੀ ਦੀ ਲੜਾਈ ਨੇ, ਤੁਹਾਡੀ ਤਾਂ ਕਲੇਸ਼ ਹੱਲੇ ਵੀ ਨਹੀਂ ਨਿਪਟੇ। ਤੂੰ ਪ੍ਰਧਾਨ ਬਣ ਜਾ। ਠੀਕ ਹੈ ਮੈਡਮ ਸੋਲ। ਹਾਂ ਹੁਣ ਆਪਾਂ ਰੁਕ ਜੀਏ, ਬੀਜੇਪੀ ਦੀ ਐਂਟਰੀ ਵੀ ਕਰਾ ਦਈਏ। ਚੇਤਨ ਜੋਸ਼ੀ ਜੀ, ਵਿਜੀਲੈਂਸ ਦੀ ਦੁਰਵਰਤੋਂ ਕਰਦੀ ਪਈ ਹੈ ਪੰਜਾਬ ਸਰਕਾਰ। ਦੇਖੋ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਹੀ ਹੈ। ਨਹੀਂ ਦੁਰਵਰਤੋਂ ਹੋ ਰਹੀ ਕਿ ਨਹੀਂ ਹੋ ਰਹੀ? ਨਹੀਂ ਮੈਂ ਤਾਂ ਸਿੱਧੀ ਗੱਲ ਕਹਿਣਾ ਵੀ ਧੂਆਂ ਉਠਾ ਹੈ ਆਗ ਕਹੀਂ ਲਗੀ ਹੋਗੀ। ਹਾਂ ਵੀ ਠੀਕ ਕਰਦੀ ਪਈ ਹੈ ਵਿਜੀਲੈਂਸ, ਠੀਕ ਕਰਦੀ। ਬਿਲਕੁਲ ਜਿਹੜੇ ਅਧਿਕਾਰੀ ਜਿਹੜਾ ਕੰਮ ਕਰਦੇ ਪਏ ਨਾ, ਦੇਖੋ ਚਾਹੇ ਵਿਜੀਲੈਂਸ ਉਹਦੇ ਅਧਿਕਾਰੀਆਂ ਦਾ ਕੰਮ ਆ ਨਾ, ਅਧਿਕਾਰੀਆਂ ਦੇ ਕੋਲ ਕੁਝ ਡਾਟੇ ਗਏ ਹੋਣਗੇ ਤੇ ਤਾਂ ਹੀ ਤੇ ਅਧਿਕਾਰੀ ਜਿਹੜੇ ਹੈਗੇ ਨੇ ਇਦਾਂ ਦਾ ਸਟੈਪ ਚੱਕਦੇ ਪਏ ਨੇ। ਹੁਣ ਹਾਂ ਉਹਦੇ ਵਿੱਚ ਕੌਣ ਕਿੱਦਾਂ ਫਸਦਾ ਪਿਆ ਵਾ, ਉਹਨੂੰ ਆਪਣੇ ਆਪ ਨੂੰ ਕਵਰ ਕਰਨ ਵਾਸਤੇ ਕੰਮ ਕਰਦੇ ਪਏ ਨੇ ਸਾਰੇ, ਜੋ ਮੈਨੂੰ ਨਜ਼ਰ ਆ ਰਿਹਾ ਇਹਦੇ ਵਿੱਚ। ਕਾਂਗਰਸ ਡਰਾਮਾ ਕਰਦੀ ਪਈ ਹੈ। ਦੇਖੋ ਡਰਾਮਾ ਨਹੀਂ, ਲੋਕਤਾਂਤਰਿਕ ਹੱਕ ਆ ਉਹਨਾਂ ਦਾ, ਉਹ ਲੋਕਤਾਂਤਰਿਕ ਹੱਕ ਨਾਲ ਕੰਮ ਕਰਦੀ ਪਈ। ਜੇ ਉਹਨਾਂ ਨੂੰ ਲੱਗਦਾ ਪਿਆ ਵਾ ਕਿ ਉਹ ਕੋਰਟ ਵਿੱਚ ਜਾ ਕੇ ਆਪਣੇ ਨੂੰ ਸਹੀ ਸਾਬਤ ਕਰ ਸਕਦੇ ਨੇ, ਤੇ ਦੇਖੋ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਬਈ ਸਾਨੂੰ ਤੁਸੀਂ, ਇਹ ਡਰਾਮਾ ਨਹੀਂ ਹੁੰਦਾ, ਇਹ ਲੋਕਤਾਂਤਰਿਕ ਸਟਾਈਲ ਹੁੰਦਾ ਵਾ, ਆਪਣੀ ਗੱਲ ਦੂਜੇ ਤੱਕ ਪਹੁੰਚਾਉਂਦੀ, ਭਾਵੇਂ ਕੱਲ ਨੂੰ ਗੁਨਾਹਗਾਰੀ ਸਾਬਤ ਹੋ ਜਾਣ ਕਾਂਗਰਸ ਵਾਲੇ। ਇਹ ਨਹੀਂ ਇਹ ਗੱਲ ਹੈਗੀ ਕਿ ਉਹ ਹੋ ਸਕਦਾ ਉਹ ਗੁਨਾਹਗਾਰ ਹੋਣ, ਕੁਝ ਟਾਈਮ ਲੈਣਾ ਚਾਹੁੰਦੇ ਹੋਣ ਇੱਧਰ ਉੱਧਰ ਗੱਲਾਂ ਕਰਕੇ। ਲੇਕਿਨ ਮੇਰੇ ਮੁਤਾਬਕ ਅਸੀਂ ਜੇ ਜਿੰਨੇ ਵੀ ਹੁਣ ਤੱਕ ਸਰਕਾਰੀ ਏਜੰਸੀਆਂ ਦੀ ਤੁਸੀਂ ਗੱਲ ਕਰਦੇ ਪਏ ਜੇ ਮੰਤਰੀਆਂ ਦੇ ਉੱਤੇ ਗੱਲ ਆਉਂਦੀ ਹੈ ਤੇ ਉਹਨਾਂ ਅਫਸਰਾਂ ਦੇ ਉੱਤੇ ਵੀ ਗੱਲ ਆਉਣੀ ਚਾਹੀਦੀ ਆ, ਜਿਹੜੇ ਅਫਸਰ ਉਸ ਟਾਈਮ ਇਹਨਾਂ ਮੰਤਰੀਆਂ ਦੇ ਨਾਲ ਸਹਾਇਕ ਬਣ ਕੇ ਕੰਮ ਕਰਦੇ ਸੀ, ਚਾਹੇ ਕੋਈ ਪ੍ਰਿੰਸੀਪਲ ਸੈਕਟਰੀ ਹੋਵੇ, ਚਾਹੇ ਕੋਈ ਡਾਇਰੈਕਟਰ ਹੋਵੇ, ਚਾਹੇ ਕੋਈ ਜੁਆਇੰਟ ਸੈਕਟਰੀ ਹੋਵੇ, ਚਾਹੇ ਕੋਈ ਵੀ ਬੰਦਾ ਹੋਵੇ। ਉਹ ਸਾਰੇ ਬੰਦੇ ਵੀ ਉਹਨੇ ਜ਼ਿੰਮੇਵਾਰ ਨੇ ਜਿਸ ਟਾਈਮ ਦੇ ਉੱਤੇ ਉਸ ਸਰਕਾਰ ਦਾ ਪਾਰਟਿਕੂਲਰ ਪਰਸਨ ਜਾਂ ਮੰਤਰੀ ਉਸ ਅਹੁਦੇ ਤੇ ਹੋਵੇ। ਮੰਨ ਲਓ ਤੁਸੀਂ ਸਾਧੂ ਸਿੰਘ ਧਰਮਸੋਤ ਹੋਣਾ ਦੀ ਗੱਲ ਕੀਤੀ ਆ, ਜਾਂ ਤੁਸੀਂ ਆਸ਼ੂ ਜੀ ਉਹਨਾਂ ਦੀ ਗੱਲ ਕੀਤੀ ਆ, ਉਹਨਾਂ ਦੇ ਟਾਈਮ ਪੀਰੀਅਡ ਦੇ ਦੌਰਾਨ ਜੇ ਉੱਥੇ ਕੋਈ MLA ਦੇ ਨਾਲ ਕੋਈ ਵੀ ਡਾਇਰੈਕਟਰ ਕੰਮ ਕਰਦਾ ਵਾ, ਪ੍ਰਿੰਸੀਪਲ ਸੈਕਟਰੀ ਕੰਮ ਕਰਦਾ ਵਾ, ਹੋਰ ਅਮਲਾ ਕੰਮ ਕਰਦਾ, ਕੀ ਗੱਲ ਉਹਨਾਂ ਦੇ ਉੱਤੇ ਜਾਂਚ ਦਾ ਇਦਾਂ ਦਾ ਪ੍ਰਸ਼ਨ ਨਹੀਂ ਆਉਂਦਾ? ਸੋ ਇੱਕ ਤਰ੍ਹਾਂ ਦੀ ਇਹ ਜਿਹੜੀ ਗੱਲ ਹੈਗੀ ਹੈ, ਵਿਜੀਲੈਂਸ ਨੂੰ ਵੀ ਇਹ ਧਿਆਨ ਦੇਣਾ ਚਾਹੀਦਾ ਵਾ ਕਿ ਜੇ ਤੁਸੀਂ ਇੱਕ ਮੰਤਰੀ ਨੂੰ ਲੈ ਰਹੇ ਜੇ, ਉਸ ਟਾਈਮ ਪੀਰੀਅਡ ਦੇ ਦੌਰਾਨ ਜਿਹੜੇ ਅਫਸਰ ਉਹਨਾਂ ਦੇ ਨਾਲ ਅਸਿਸਟੈਂਟ ਬਣ ਕੇ ਕੰਮ ਕਰਦੇ ਨੇ। ਹੁਣ ਸਿੰਪਲ ਜੀ ਗੱਲ ਆ, ਤੁਸੀਂ ਜੇ ਕੋਈ ਗ੍ਰਾਂਟ ਦੀ ਗੱਲ ਕਰਦੇ ਹੋ, ਲੇਕਿਨ ਸਾਈਨ ਉਹਦੇ ਵਿੱਚ ਕਿਤੇ ਹੁੰਦੇ ਨੇ ਸਰਕਾਰੀ ਮੁਲਾਜ਼ਮ ਦੇ ਹੁੰਦੇ ਆ ਨਾ। ਇਹ ਤੇ ਇੱਕ ਲੋਕਤਾਂਤਰਿਕ ਢੰਗ ਆ ਬਈ ਮਿਨਿਸਟਰ ਨੇ ਜਾਂ MLA ਨੇ ਆਪਣੀ ਇੱਕ ਪੁੱਛਗਿੱਛ ਵਾਲੀ ਗੱਲ ਆ ਤੁਹਾਡੇ ਸਾਹਮਣੇ ਰੱਖਣੀ ਆ, ਔਰ ਉਹਦੇ ਉੱਤੇ ਜਿਹੜਾ ਅਮਲੀ ਜਾਮਾ ਵਾ ਉਹਦੇ ਅਧਿਕਾਰੀਆਂ ਨੇ ਪਾਉਣਾ ਹੁੰਦਾ ਵਾ। ਇੱਥੇ ਕਾਂਗਰਸ ਦੀ ਇੱਕ ਬੜੀ ਵੱਡੀ ਗਲਤੀ ਆ। ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਵਾ ਕਿ ਜੇ ਵਿਜੀਲੈਂਸ ਵਾਲੇ ਸਾਡੇ ਬੰਦਿਆਂ ਦੇ ਉੱਤੇ ਅਟੈਕ ਕਰਦੇ ਪਏ ਨੇ ਤੇ ਉਹਨਾਂ ਅਧਿਕਾਰੀਆਂ ਨੂੰ ਵੀ ਨਾਲ ਵਿੱਚ ਬਲੇਮ ਵਿੱਚ ਲੈ ਕੇ ਆਉਣ ਜਿਹੜੇ ਉਹਨਾਂ ਦੇ ਕੰਮ ਕਰਦੇ ਪਏ ਸੀ। ਵਿਜੀਲੈਂਸ ਆਜ਼ਾਦਾਨਾ ਤੌਰ ਤੇ ਕੰਮ ਕਰਦੀ ਪਈ ਹੈ ਜਾਂ
ਕਿਸੇ ਸਿਆਸੀ ਪਾਰਟੀ ਦੇ ਟੂਲ ਬਣ ਕੇ ਕੰਮ ਕਰਦੀ? ਨਹੀਂ, ਆਜ਼ਾਦ ਹੀ ਕੰਮ ਕਰਦੀ ਹੁੰਦੀ ਹੈ। ਦੇਖੋ ਧਰਮ ਸੋਧ ਹੋਣਾ ਤੇ ਕਾਂਗਰਸ ਟਾਈਮ ਦੇ ਵਿੱਚ ਹੀ ਸਵਾਲ ਉੱਠੇ ਸੀਗੇ। ਜੇ ਉਸ ਟਾਈਮ ਸਵਾਲ ਨਾ ਉੱਠਦੇ ਤੇ ਇਹਦਾ ਮਤਲਬ ਇਹ ਜੇ ਸਰਕਾਰ ਕਾਂਗਰਸ ਦੀ ਸੀਗੀ ਤੇ ਫਿਰ ਕਾਂਗਰਸ ਨੇ ਗੱਲ ਨਹੀਂ ਸੀ ਉੱਠਣ ਦੇਣੀ ਉਸ ਟਾਈਮ। ਸੋ ਕੋਈ ਵੀ ਜਿਹੜੀ ਸੱਤਾ ਦੇ ਉੱਤੇ ਪਾਰਟੀ ਕੰਮ ਕਰਦੀ ਹੈ, ਜੇ ਉਹਨਾਂ ਦੇ ਕੀਤੇ ਗਏ ਕੰਮਾਂ ਦੇ ਵਿੱਚ ਕੋਈ ਤਰੁੱਟੀਆਂ ਹੁੰਦੀਆਂ ਨੇ ਤੇ ਵਿਜੀਲੈਂਸ ਨੂੰ ਆਪਣਾ ਬਿਲਕੁਲ ਨਿਰਪੱਖ ਹੋ ਕੇ ਰੋਲ ਅਦਾ ਕਰਨਾ ਚਾਹੀਦਾ। ਔਰ ਮੈਂ ਬਾਰ-ਬਾਰ ਇੱਕੋ ਗੱਲ ਕਹਿ ਰਿਹਾ, ਉਸ ਵਕਤ ਦੇ ਜਿਹੜੇ ਅਧਿਕਾਰੀ ਮੁਲਾਜ਼ਮ ਜਿਹੜੇ ਵੀ ਉਹਨਾਂ ਮੰਤਰੀਆਂ ਨੂੰ ਅਸਿਸਟ ਕਰਦੇ ਰਹੇ ਨੇ ਔਰ ਉਹ ਚੀਜ਼ਾਂ ਉੱਠੀਆਂ ਨੇ, ਉਹਨਾਂ ਦਾ ਨਾਮ ਲੈ ਕੇ ਵੀ ਤੇ ਅੱਗੇ ਆਉਣਾ ਚਾਹੀਦਾ ਵਾ। ਇਹ ਥੋੜਾ ਵਿਜੀਲੈਂਸ ਨੂੰ ਮੇਰੀ ਬੇਨਤੀ ਹੈ। ਆਮ ਆਦਮੀ ਪਾਰਟੀ ਸਰਕਾਰ ਦੀ ਤੁਸੀਂ ਪ੍ਰਸ਼ੰਸਾ ਕਰਦੇ ਹੋ ਕਿ ਇਹਨਾਂ ਨੂੰ ਹੋਰ ਬੈਕ ਕਰਨਾ ਚਾਹੀਦਾ? ਨਹੀਂ, ਇਹਨਾਂ ਦੀ ਪ੍ਰਸ਼ੰਸਾ ਵਾਲੀ ਗੱਲ ਹੈ ਕਿ ਤਜਰਬਾ ਹੈ ਨਹੀਂ ਇਹਨਾਂ ਦੇ ਕੋਲ। ਔਰ ਤੁਸੀਂ ਇਹਨਾਂ ਦਾ ਰਾਜਨੀਤਿਕ ਡੀਐਨਏ ਜੇ ਚੈੱਕ ਕਰੋਗੇ ਨਾ ਤੁਸੀਂ, ਆਮ ਆਦਮੀ ਪਾਰਟੀ ਦਾ ਕੋਈ ਕਾਂਗਰਸ ਚੋਂ ਆਇਆ ਵਾ, ਕੋਈ ਅਕਾਲੀ ਦਲ ਚੋਂ ਆਇਆ ਵਾ, ਕੋਈ ਬੀਜੇਪੀ ਛੱਡ ਕੇ ਗਿਆ ਹੋਇਆ ਵਾ। ਸੋ ਇਹਨਾਂ ਦੇ ਵਿੱਚ ਮੋਸਟਲੀ ਉਹ ਬੰਦੇ ਨੇ ਜਿਨ੍ਹਾਂ ਨੂੰ ਅਸੀਂ ਅਫਸਰਵਾਦੀ ਕਹਿੰਦੇ ਆ, ਜਾਂ ਅਸੀਂ ਇਹ ਕਹਿ ਦਿੰਦੇ ਦੇਖੋ ਹੁਣ ਤੁਸੀਂ ਇਹਨਾਂ ਨੇ ਕਹਿ ਦਿੱਤਾ ਸੀਗਾ ਕਿੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ। ਅੱਜ 6000 ਰੁਪਏ ਨੂੰ ਜਿਹੜੀ ਰੇਤਾ ਉਹ ਬਲੈਕ ਦੇ ਵਿੱਚ ਮਿਲਦੀ ਪਈ ਆ, ਉੱਤੋਂ ਕਹਿੰਦੇ ਅਸੀਂ ਮਾਈਨਿੰਗ ਬੰਦ ਕੀਤੀ ਹੋਈ ਆ। ਬੜੇ ਇਦਾਂ ਦੇ ਛੋਟੀਆਂ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਵਿੱਚ ਆਕਰੋਸ਼ ਦਾ ਰੂਪ ਲੈ ਕੇ ਬੈਠੀਆਂ ਨੇ। ਤਾਂ ਹੀ ਉਹ ਤੇ ਸੰਗਰੂਰ ਦੀ ਇਲੈਕਸ਼ਨ ਨੇ ਨਤੀਜਾ ਇਹ ਦਿੱਤਾ ਕਿ ਤੁਸੀਂ ਵੀ ਜੇ ਸਹੀ ਤਰੀਕੇ ਸਿਰ ਕੰਮ ਨਾ ਕਰੋਗੇ, ਅਜੇ ਇੱਕ ਸੀਟ ਹਰਾ ਕੇ ਲੋਕ ਸਭਾ ਮੁਕਤ ਕੀਤਾ ਵਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਚੇਤਨ ਜੋਸ਼ੀ ਕਿ ਕਰਪਸ਼ਨ ਫ੍ਰੀ ਮਾਡਲ ਹੈ ਇਹਨਾਂ ਦਾ ਸਾਰਾ ਡਰਾਮਾ? ਨਹੀਂ, ਡਰਾਮਾ ਨਹੀਂ ਮੈਂ ਕਹਿੰਦਾ। ਹਰ ਪਾਰਟੀ ਕਹਿੰਦੀ ਹੈ ਅਸੀਂ ਕਰਪਸ਼ਨ ਫ੍ਰੀ ਮਾਡਲ ਦੇਣਾ, ਚਾਹੇ ਕੋਈ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ। ਮੈਂ ਕਿਸੇ ਪਾਰਟੀ ਦੀ ਨੀਅਤ ਤੇ ਪ੍ਰਸ਼ਨ ਚਿੰਨ੍ਹ ਨਹੀਂ ਕਰਦਾ, ਲੇਕਿਨ ਉਸ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਤੇ ਉਸ ਪਾਰਟੀ ਦੇ ਵਿੱਚ ਕੰਮ ਕਰਨ ਵਾਲੇ ਐਮਐਲਏ ਉਹ ਕਿਸ ਤਰੀਕੇ ਸਿਰ ਕੰਮ ਕਰਦੇ, ਪ੍ਰਸ਼ਨ ਇੱਥੇ ਲੱਗਦਾ। ਹੁਣ ਤੁਸੀਂ ਗੱਲ ਕਰ ਲਓ, ਹੁਣ ਜਿੱਦਾਂ ਕੇਜਰੀਵਾਲ ਸਾਹਿਬ ਗਏ ਸੀਗੇ ਗੁਜਰਾਤ, ਕਹਿੰਦੇ 10 ਦਿਨ ਮੈਂ ਭਗਵੰਤ ਮਾਨ ਨੇ ਕਰਪਸ਼ਨ ਖਤਮ ਕਰ ਦੀ, ਪੰਜਾਬ ਜਾ ਕੇ ਦੇਖ ਲਓ। ਅਜੇ ਪੰਜਾਬ ਪਹੁੰਚੇ ਹੀ ਭਗਵੰਤ ਮਾਨ ਤੇ ਵਿਜੇ ਸਿੰਗਲਾ ਫਸ ਗਏ ਸੀਗੇ। ਸੋ ਕਹਿਣ ਦਾ ਮਤਲਬ ਇਹ ਹੈਗਾ ਵਾ, ਇਹਦੇ ਵਿੱਚ ਪਾਰਟੀਆਂ ਕੋਈ ਪਾਰਟੀ ਦਾ ਇਹਨਾਂ ਦਾ ਖੈਰ ਮੈਨੀਫੈਸਟੋ ਵੀ ਨਹੀਂ, ਗਰੰਟੀਆਂ ਸੀ, ਗਰੰਟੀਆਂ ਵੀ ਪਤਾ ਨਹੀਂ ਕਦੋਂ ਪੂਰੀਆਂ ਕਰਨੀਆਂ। ਲੇਕਿਨ ਗੱਲ ਇੱਥੇ ਆਉਂਦੀ ਜੇ ਇਸ ਮੁਲਕ ਨੂੰ ਚਲਾਉਣਾ ਵਾ, ਇਸ ਸਟੇਟ ਨੂੰ ਚਲਾਉਣਾ ਵਾ, ਇਸ ਚੀਜ਼ ਤੋਂ ਉੱਪਰ ਉੱਠ ਕੇ ਜੇ ਤੁਸੀਂ ਨਹੀਂ ਹੈਗੇ ਕਿਸੇ ਤਰ੍ਹਾਂ ਦੀ, ਤੁਸੀਂ ਕਰਪਸ਼ਨ 'ਚ ਨਹੀਂ ਹੈਗੇ ਸ਼ਾਮਿਲ ਹੋਏ ਤੇ ਏਜੰਸੀਆਂ ਨਾਲ ਸ਼ਾਮਿਲ ਹੋ ਕੇ ਇਨਵੈਸਟੀਗੇਸ਼ਨ ਜੁਆਇਨ ਕਰ ਲਓ। ਠੀਕ ਹੈ ਸ਼ੀਤਲ ਜੀ, ਬੀਜੇਪੀ ਨੇ ਜਿਹੜੀ ਲਾਈਨ ਇਸ ਵਕਤ ਆਪਦੀ ਡਿਸਾਈਡ ਕੀਤੀ ਹੈ ਉਹ ਬਹੁਤ ਹੱਦ ਤੱਕ ਤੁਹਾਡੇ ਪੱਖ ਵਿੱਚ ਜਾ ਰਹੀ ਹੈ। ਸ਼ੀਤਲ ਜੀ, ਸਾਰੀਆਂ ਪਾਰਟੀਆਂ ਤੁਹਾਡੇ ਪੱਖ ਵਿੱਚ ਖੜੀਆਂ ਦਿਖਾਈ ਦੇ ਰਹੀਆਂ, ਵਜ੍ਹਾ ਕੀ ਹੈ? ਭਾਜੀ ਇੱਕ ਐਸੀ ਸਰਕਾਰ 75 ਸਾਲਾਂ ਬਾਅਦ ਆਈ ਹੈ ਜਿਹੜੀ ਬਿਲਕੁਲ ਜ਼ੀਰੋ ਰੋਲ ਤੇ ਕੰਮ ਕਰ ਰਹੀ ਹੈ। ਮੈਂ ਅੱਜ ਕਾਂਗਰਸ ਦੇ ਮੇਰੇ ਜਿਹੜੇ ਵੀਰ ਬੈਠੇ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਰਹੇ। ਉਹ ਖੁਦ ਕਹਿ ਕੇ ਗਏ ਕਿ ਮੇਰੇ ਕੋਲ ਫਾਈਲਾਂ ਸੀ, ਮੈਂ ਸੋਨੀਆ ਗਾਂਧੀ ਨੂੰ ਭੇਜੀਆਂ ਰਾਸ਼ਟਰੀ ਅਧਿਕਸ਼ ਕਾਂਗਰਸ ਦੀ, ਉਹਨਾਂ ਨੇ ਉਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ, ਮਿਲੀ ਭਗਤ ਕਰ ਗਈ। ਇੱਕ ਸੂਬੇ ਦਾ ਮੁੱਖ ਮੰਤਰੀ ਉਹ ਆਪਣੀ ਕਾਂਗਰਸ ਪਾਰਟੀ 'ਚ ਉਸ ਟਾਈਮ ਉਹ ਮੌਜੂਦਾ ਸੀ, ਉਹ ਕਹਿ ਰਹੇ ਆ ਅੱਜ ਤੇ ਭਗਵੰਤ ਮਾਨ ਜੀ ਉਹਨਾਂ ਮਹਿਕਮਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ 5 ਸਾਲ ਰਾਜ ਕੀਤਾ, ਜਿਹੜੇ ਮਿਨਿਸਟਰਾਂ ਨੇ ਉਹਨਾਂ ਦੀ ਫਾਈਲਾਂ ਮੰਗਾਈਆਂ, ਉਹਨਾਂ ਦੀ ਫਾਈਲਾਂ ਦੀ ਜਾਂਚ ਕਰਨ ਲੱਗੇ ਆ। ਸ਼ੀਤਲ ਜੀ ਇੱਕ ਸਵਾਲ ਲੈ ਲਓ ਨਾਲ। ਸ਼ੀਤਲ ਜੀ ਸਵਾਲ ਲੈ ਲਓ। ਸ਼ੀਤਲ ਜੀ, ਜਿਹੜੇ ਤੁਹਾਡੇ ਸਾਬਕਾ ਮੰਤਰੀ ਹੋ ਗਏ ਆ ਸਿੰਗਲਾ ਸਾਹਿਬ, ਉਹਨਾਂ ਵਿਰੁੱਧ ਪ੍ਰੂਫ ਕਿੱਥੇ ਹੈਗੇ ਆ? ਇਹਨਾਂ ਤੋਂ ਜਿਹੜਾ ਉਹਨਾਂ ਦੇ ਖਿਲਾਫ ਜੇ ਪੰਜਾਬ ਦੇ ਸੀਐਮ ਸਾਹਿਬ ਨੂੰ ਪਤਾ ਲੱਗਿਆ, ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਮੈਂ ਅਦਾਲਤ ਦੀ ਗੱਲ ਕਰਦੇ ਹਾਂ ਸਰ, ਕੋਰਟ ਦੇ ਵਿੱਚ ਤੁਹਾਡੇ ਕੋਲੇ ਸਬੂਤ ਕਿਹੜੇ ਹੈਗੇ ਸਰ ਜਿੱਥੇ ਵਿਜੇ ਸਿੰਗਲਾ ਦੇ ਖਿਲਾਫ ਤੁਸੀਂ ਆਪਣਾ ਕੇਸ ਮਜ਼ਬੂਤ ਕਰ ਸਕੋ? ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਜਿਹੜੇ ਲਾਇਰ ਹੈ ਉਹ ਆਪੇ ਉਸੇ ਲੜਾਈ ਲੜਨ ਦੇ ਆ। ਪ੍ਰੂਫ ਜਿਹੜੇ ਜਿਹਦੇ ਆਧਾਰ ਉੱਤੇ ਐਫਆਈਆਰ ਲਾਂਚ ਕੀਤੀ ਗਈ ਹੈ ਉਹਦੇ ਖਿਲਾਫ ਕਾਰਵਾਈ ਹੋ ਜਾਏਗੀ। ਅੱਜ ਤੇ ਮੈਂ ਉਹਨਾਂ ਕਾਂਗਰਸ ਦੇ ਜਿਹੜੇ ਮੇਰੇ ਵੀਰ ਜਿਹੜੇ ਅੱਜ ਬਹੁਤ ਜਿਨ੍ਹਾਂ ਨੇ ਹੱਲਾ ਕੀਤਾ ਹੈ, ਮੈਂ ਪੁੱਛਣਾ ਚਾਹਨਾ ਕਿ ਜੇ ਤੁਸੀਂ ਬਿਲਕੁਲ ਇਮਾਨਦਾਰ ਹੋ ਕਿ ਰਾਜਾ ਵੜਿੰਗ ਜਿਹੜੇ ਪ੍ਰਧਾਨ ਹੈ ਪੰਜਾਬ ਦੇ ਕਾਂਗਰਸ ਦੇ, ਕਿ ਪੰਜਾਬ ਦੇ ਵਿੱਚ ਜੇ ਤੁਸੀਂ ਟਰਾਂਸਪੋਰਟ ਮੰਤਰੀ ਬਣੇ ਸੀ, ਕੀ ਗੱਲ ਪੰਜਾਬ ਦੇ ਵਿੱਚ ਜਿਹੜੀ ਬੱਸਾਂ ਦੀ ਬੋਡੀ ਨਹੀਂ ਲੱਗ ਸਕਦੀਆਂ ਸੀ? ਰਾਜਸਥਾਨ ਜਾ ਕੇ ਬੋਡੀਆਂ ਲਵਾਈਆਂ। ਕੀ ਗੱਲ ਪੰਜਾਬ ਦੇ ਲੋਕ ਇੰਨੇ ਕਾਬਿਲ ਨਹੀਂ ਕਿ ਜਿਹੜੀ ਬੱਸਾਂ ਦੀ ਜਿਹੜਾ ਸਵਾਲ ਤੁਸੀਂ ਚੁੱਕਿਆ ਸ਼ੀਤਲ ਜੀ, ਜਿਹੜਾ ਸਵਾਲ ਤੁਸੀਂ ਚੁੱਕਿਆ, ਮੈਂ ਇਸੇ ਸਵਾਲ ਤੇ ਵਾਪਸ ਆਉਂਗਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਰਾਜਾ ਵੜਿੰਗ ਇਸੇ ਲਈ ਫਰੰਟ ਫੁੱਟ ਤੇ ਤਾਂ ਨਹੀਂ ਆਏ ਕਿਤੇ ਰਾਜਾ ਵੜਿੰਗ ਤੇ ਹੱਥ ਨਾ ਪੈ ਜਾਵੇ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਕਾਂਗਰਸ ਦੇ ਰੋਸ ਪ੍ਰਦਰਸ਼ਨ ਨਾਲ ਸੂਬਾ ਸਰਕਾਰ ਬੈਕਫੁੱਟ ਤੇ ਆ ਜਾਵੇਗੀ। ਚੇਤਨ ਜੋਸ਼ੀ, ਮੈਂ ਇੱਕ ਸਵਾਲ ਛੱਡ ਕੇ ਗਿਆ ਸੀਗਾ, ਸ਼ੀਤਲ ਜੀ ਨੇ ਸਵਾਲ ਚੁੱਕਿਆ ਆਰ ਰੋਪੜ ਸਾਹਿਬ ਕਿ ਰਾਜਾ ਵੜਿੰਗ ਦੇ ਉੱਤੇ ਜਿਹੜਾ ਬੱਸ ਦੀ ਬੋਡੀਜ਼ ਵਾਲਾ ਸਵਾਲ ਚੁੱਕਦੇ ਪਏ। ਰਾਜਾ ਵੜਿੰਗ ਇਸ ਕਰਕੇ ਫਰੰਟ ਫੁੱਟ ਤੇ ਤਾਂ ਨਹੀਂ ਆਏ ਕਿ ਰਾਜਾ ਵੜਿੰਗ ਨੂੰ ਹੱਥ ਨਾ ਪੈ ਜਾਵੇ? ਨਹੀਂ, ਇਹ ਗੱਲ ਨਹੀਂ ਹੁੰਦੀ ਜਿੱਦਾਂ, ਕਿਉਂਕਿ ਸ਼ੀਤਲ ਸਾਡਾ ਭਰਾ ਹੀ ਹੈ, ਛੋਟਾ ਵੱਡਾ ਵੀ ਹੋ ਸਕਦਾ ਵਾ, ਕਿਉਂਕਿ ਪਤਾ ਨਹੀਂ ਉਮਰ ਦਾ ਕਿੰਨਾ, ਪਰ
ਇੱਕ ਬਿਹਤਰੀਨ ਨਹੀਂ ਛੋਟੇ ਇਨਸਾਨ ਤੁਹਾਡੇ ਆ। ਤੋਂ ਛੋਟੇ ਮੈਨੂੰ ਜਾਣਦਾ ਮੈਂ ਚੰਗੀ ਤਰ੍ਹਾਂ, ਚਲੋ, ਬਹੁਤ ਵਧੀਆ ਬੋਲੋ ਬੰਦਾ। ਫਿਰ। ਰਾਜਾ ਵੜਿੰਗ ਦੀ ਤੁਸੀਂ ਗੱਲ ਕਰਨ ਤੋਂ ਪਹਿਲਾਂ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ, ਤੁਸੀਂ ਹੁਣੇ ਜਦੋਂ ਗੱਲ ਕੀਤੀ ਵਿਜੇ ਸਿੰਗਲਾ ਦੀ, ਤੇ ਵਿਜੇ ਸਿੰਗਲਾ ਦੀ ਤੇ ਆਡੀਓ ਵੀ ਸੁਣੀ ਸੀਗੀ, ਜਿਹੜੀ ਗੱਲ ਕਹੀ ਸੀਗੀ ਉਸ ਟਾਈਮ ਸੀਐਮ ਮਾਨ ਹੋਣਾ ਨੇ। ਸੋ ਕਿਤੇ ਨਾ ਕਿਤੇ ਪੱਖਪਾਤ ਤਾਂ ਉੱਥੇ ਵੀ ਹੋਇਆ, ਇਸੇ ਗੱਲ ਦੇ ਉੱਤੇ ਸ਼ੀਤਲ ਜੀ ਵੀ ਮੁੱਕਰ ਨਹੀਂ ਸਕਦੇ। ਦੂਸਰੀ ਗੱਲ ਰਹੀ ਗੱਲ ਰਾਜਾ ਵੜਿੰਗ ਦੀ, ਦੇਖੋ ਲੀਡਰ ਆਫ ਆਪੋਜੀਸ਼ਨ ਦੀ ਜਿਹੜੀ ਪਾਰਟੀ ਹੈਗੀ ਕਾਂਗਰਸ, ਉਹਦੇ ਉਹ ਪ੍ਰਧਾਨ ਨੇ, ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਇਹਦਾ ਤੇ ਪਤਾ ਉਦੋਂ ਲੱਗੂਗਾ ਜਦੋਂ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੂੰ ਕੋਈ ਚੀਜ਼ ਲੱਭੇਗੀ ਤੇ ਇਹ ਪੇਸ਼ ਕਰਨਗੇ। ਹਾਂ, ਦੁੱਖ ਇਸ ਗੱਲ ਦਾ ਲੱਗਦਾ ਪਿਆ ਵਾ ਕਿ ਜਿਹੜੀ ਬਿਲਕੁਲ ਐਡਵਾਂਸ ਇਹਨੂੰ ਅਗਾਊਂ ਜਿਹੜੀ ਅਗੇਤੀ ਹੁੰਦੀ ਆ ਜ਼ਮਾਨਤ, ਉਹਦੇ ਵਾਸਤੇ ਇਹ ਕਿਉਂ ਵੱਧਦੇ ਪਏ ਨੇ? ਮੈਨੂੰ ਲੱਗਦਾ ਪਿਆ ਵਾ ਕਿਤੇ ਨਾ ਕਾਂਗਰਸ ਚੁੱਤੀ ਦੇ ਵਿੱਚ ਆ। ਉਹ ਕਿੱਦਾਂ ਚੁੱਤੀ ਦੇ ਵਿੱਚ ਵਾ? ਕਾਂਗਰਸ ਨੂੰ ਇਹ ਲੱਗਦਾ ਪਿਆ ਵਾ ਕਿ ਅਸੀਂ ਜੇ ਫੜੇ ਗਏ ਤੇ ਸਾਨੂੰ ਚੁੱਕ ਕੇ ਅੰਦਰ ਸੁੱਟ ਦੇਣਗੇ ਤੇ ਪਤਾ ਨਹੀਂ ਕੀ ਇਹਨਾਂ ਦੇ ਪਰਚੇ ਪਾਏ ਜਾਣਗੇ। ਮੈਨੂੰ ਜਿੱਥੇ ਤੱਕ ਲੱਗਦਾ ਵਾ ਕਿ ਜੇਕਰ ਕਾਂਗਰਸ ਸੱਚੀ ਸੁੱਚੀ ਪਾਰਟੀ ਹੈਗੀ ਆ, ਜੇ ਉਹਨਾਂ ਦੇ ਮੰਤਰੀਆਂ ਨੇ ਕੁਝ ਅਜਿਹਾ ਨਹੀਂ ਕੀਤਾ, ਠੀਕ ਹੈ ਨਾ, ਹੁਣ ਜਿੱਦਾਂ ਇਹਨਾਂ ਨੇ ਕਿਹਾ ਸੀ ਧਰਮ ਸੋ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਕਿਸੇ ਟਾਈਮ ਕਿਹਾ ਸੀ ਇਹਨਾਂ ਨੇ, ਲੇਕਿਨ ਇਹ ਵੇਖੋ ਕਿ ਕਾਂਗਰਸ ਦੇ ਵੇਲੇ ਹੀ ਉਹਨਾਂ ਦੇ ਸਵਾਲ ਚੁੱਕੇ ਗਏ ਸੀਗੇ। ਸੋ ਮੈਨੂੰ ਲੱਗਦਾ ਪਿਆ ਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਰਾਜਾ ਵੜਿੰਗ ਵੱਲੋਂ ਕਰਨੀਆਂ, ਕਿਉਂਕਿ ਉਹ ਕਾਂਗਰਸ ਦੇ ਪ੍ਰਧਾਨ ਨੇ, ਉਹ ਫਰੰਟ ਫੁੱਟ ਤੇ ਨੇ ਕਿ ਬੈਕ ਫੁੱਟ ਤੇ ਨੇ, ਇਹ ਤੇ ਮੈਨੂੰ ਨਹੀਂ ਪਤਾ। ਫਿਰ ਹਾਂ, ਜਿਹਨੇ ਵੀ ਕੋਈ ਗਲਤ ਕੰਮ ਕੀਤਾ, ਕਰਪਸ਼ਨ ਕੀਤੀ ਹੈ, ਤੇ ਠੀਕ ਆ, ਉਹਨੂੰ ਫਿਰ ਭੁਗਤਣਾ ਪੈਣਾ, ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ। ਹਾਂ ਮੈਡਮ ਸੋਲ, ਕੀ ਕਹਿਣਾ ਚਾਹ ਰਹੇ ਹੋ, ਬੋਲੋ ਜੀ। ਮੈਂ ਕਹਿਣਾ ਚਾਹ ਰਹੀ ਹੁਣੇ ਸਿੰਗਲਾ ਜੀ ਦੀ ਗੱਲ ਚੱਲ ਰਹੀ ਸੀ, ਤੇ ਮੈਂ ਆਮ ਆਦਮੀ ਪਾਰਟੀ ਕੋਲ ਵੀ ਇੱਕ ਕੁਐਸਚਨ ਕਰਨਾ ਚਾਹੁੰਦੀ, ਕਿਉਂਕਿ ਸੀਐਮ ਸਾਹਿਬ ਨੇ ਉਸ ਟਾਈਮ ਕਿਹਾ ਸੀ ਕਿ ਉਹਨਾਂ ਕੋਲ ਸੀਡੀ ਹੈ ਜੋ ਵਿਜੇ ਸਿੰਗਲਾ ਜੀ ਦੇ ਅਗੇਂਸਟ ਹੈ ਕਿ ਉਹ ਰਿਸ਼ਵਤ ਲੈਂਦੇ ਫੜੇ ਗਏ, ਤੇ ਹੁਣ ਅੱਜ ਆਪਣੀ ਹੀ ਪਾਰਟੀ ਦੇ ਮੰਤਰੀਆਂ ਨੂੰ ਕਰਪਟ ਦਿਖਾ ਕੇ ਅੱਜ ਕੈਬਨਿਟ ਦੇ ਵਿੱਚ ਬਿਠਾਉਂਦੇ ਨੇ ਜਾਂ ਮੀਟਿੰਗਾਂ ਕਰਦੇ ਨੇ, ਤੇ ਉਹ ਵੀ ਸਾਨੂੰ ਉਹਨਾਂ ਦੀ ਜੋ ਇੱਕ ਛਵੀ ਉਹ ਕਲੀਅਰ ਨਹੀਂ ਹੋ ਪਾਈ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਵੀ ਪੱਖਪਾਤ ਹੋ ਰਿਹਾ ਹੈ। ਜਿਹੜੇ ਮੰਤਰੀਆਂ ਨੂੰ ਖੁਦ ਦੱਸਦੇ ਨੇ ਕਿ ਇਹ ਕਰਪਟ ਨੇ, ਉਹ ਮੀਟਿੰਗਾਂ 'ਚ ਵੀ ਬੈਠਦੇ ਨੇ, ਫਿਰ ਉਹਨਾਂ ਭਗਵੰਤ ਮਾਨ ਜੀ ਨੇ ਅੱਜ ਤੱਕ ਉਹਦੀ ਸੀਡੀ ਨਹੀਂ ਦਿਖਾਈ। ਮੈਂ ਤੁਹਾਡੇ ਜਰੀਏ ਇਹ ਜਾਨਣਾ ਚਾਹੁੰਦੀ ਕਿ ਉਹ ਸੀਡੀ ਸ਼ੋ ਹੋਣੀ ਚਾਹੀਦੀ ਸੀ। ਦੂਜੀ ਗੱਲ ਪੂਰੀ ਕਰ ਦੋ। ਹਾਂ ਮੈਡਮ ਸੋਲ ਪਲੀਜ਼। ਜੀ, ਇਹ ਸੀਐਮ ਸਾਹਿਬ ਦੇ ਬਿਆਨ ਸੀ, ਤੇ ਇਹ ਮੈਨੂੰ ਲੱਗਦਾ ਹੈ ਕਿ ਕਿਤੇ ਜਿਹੜੀਆਂ ਅੱਜ ਜਿਹੜੇ ਰਾਜਾ ਵੜਿੰਗ ਜੀ ਦਾ ਬਿਆਨ ਹੈ, ਸਟੇਟਮੈਂਟ ਹੈ ਕਿ 2022 ਚ ਸਾਡੀਆਂ ਫਾਈਲਾਂ ਤੇ 2027 ਚ ਤੁਹਾਡੀਆਂ, ਮੈਨੂੰ ਲੱਗਦਾ ਹੈ ਕਿ ਵਾਰੀਆਂ ਨਹੀਂ ਇਹਨਾਂ ਨੂੰ ਬੰਨਣੀਆਂ ਚਾਹੀਦੀਆਂ, ਕਿਉਂਕਿ ਕਿਤੇ ਨਾ ਕਿਤੇ ਨਹੀਂ, ਜੇ ਵਾਰੀ ਬੰਨਦੇ ਪਏ ਮੈਡਮ ਸੋਲ, ਇਹਦਾ ਮਤਲਬ ਕਲੀਅਰ ਹੈ ਕਿ ਤੁਸੀਂ ਰੇਸ ਵਿੱਚ ਹੈ ਨਹੀਂ ਗਏ। ਨਹੀਂ ਜੀ, ਅਸੀਂ ਬਿਲਕੁਲ ਰੇਸ ਚ ਨਹੀਂ ਹੈਗੇ ਜੀ। ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਹੋਇਆ, ਉਹਨਾਂ ਅੱਜ ਤੱਕ ਕਿਸੇ ਸਰਕਾਰ ਦੇ ਟਾਈਮ ਤੇ ਨਹੀਂ ਹੋਇਆ ਜੀ। ਚਲੋ ਠੀਕ ਹੈ, ਇੱਕ ਮਿੰਟ। ਸਦੇਵ ਸਿੰਘ ਰੋਪੜ, ਰਾਜਾ ਵੜਿੰਗ ਨੂੰ ਆਪ ਦਾ ਖਤਰਾ ਪੈਦਾ ਹੋ ਗਿਆ, ਇਸ ਲਈ ਉਹ ਫਰੰਟ ਫੁੱਟ ਤੇ ਆਇਆ ਹੈ, ਜਾਂ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਵਿੱਚ ਜਿਹੜਾ ਪੀਏ ਦੱਸਿਆ ਜਾ ਰਿਹਾ ਹੈ ਉਸ ਕਰਕੇ ਫਰੰਟ ਫੁੱਟ ਤੇ ਆਏ ਹੈ? ਸਦੇਵ ਸਿੰਘ ਰੋਪੜ ਨਾ ਰਾਜਾ ਵੜਿੰਗ ਨੂੰ ਆਪਣਾ ਕੋਈ, ਰਾਜਾ ਵੜਿੰਗ ਸਾਹਿਬ ਨੂੰ ਆਪਣਾ ਕੋਈ ਖਤਰਾ ਹੈ, ਨਾ ਆਸ਼ੂ ਜੀ ਨੂੰ ਕੋਈ ਖਤਰਾ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ, ਜੇ ਕੋਈ ਗੱਲ ਹੋਊਗੀ, ਜੇ ਰਾਜਾ ਵੜਿੰਗ ਜੀ ਦੇ ਖਿਲਾਫ ਹੋਊਗੀ, ਰਾਜਾ ਵੜਿੰਗ ਜੀ ਭੁਗਤ ਲੈਣਗੇ, ਜੇ ਆਸ਼ੂ ਜੀ ਦੇ ਖਿਲਾਫ ਹੋਊਗੀ, ਆਸ਼ੂ ਜੀ ਭੁਗਤ ਲੈਣਗੇ। ਪਰ ਮੈਨੂੰ ਨਾ ਦੋ ਤਿੰਨ ਗੱਲਾਂ ਜਿਹੜੀਆਂ ਨੇ ਆਪਣੇ ਸ਼ੀਤਲ ਜੀ ਕਰਕੇ ਕਿਹਾ, ਮੈਨੂੰ ਜਵਾਬ ਮੈਂ ਜ਼ਰੂਰ ਉਹਨਾਂ ਤੋਂ ਚਾਹੂੰਗਾ। ਸ਼ੀਤਲ ਜੀ ਕਹਿੰਦੇ ਵੀ ਬੋਡੀਆਂ ਲਵਾਈਆਂ ਇਹਨਾਂ ਨੇ ਜੈਪੁਰ ਤੋਂ, ਵੀ ਕੀ ਪੰਜਾਬ 'ਚ ਲੱਗਦੀਆਂ ਨਹੀਂ ਸੀ? ਉਹਦਾ ਟੈਂਡਰਿੰਗ ਪ੍ਰੋਸੈਸ ਦੇ ਵਿੱਚ ਲੱਗੀਆਂ, ਟੈਂਡਰ ਉੱਥੋਂ ਦਾ ਆਇਆ, ਔਰ ਜਿਹੜੇ ਬੰਦੇ ਦੀ ਗੱਲ ਕਰਦੇ ਉਹਨਾਂ ਨੇ ਭਦੌੜ ਵਾਲੇ ਟੈਂਡਰ ਹੀ ਨਹੀਂ ਪਾਇਆ। ਅਗਲੀ ਗੱਲ, ਮੈਂ ਇੱਕ ਗੱਲ ਕਹੂੰਗਾ ਵੀ ਇਹ ਕਹਿੰਦੇ ਪੰਜਾਬ ਦਾ ਉਹ ਸੀ, ਜੇ ਰੋਡਵੇਜ ਦੇ ਵਿੱਚ ਆਊਟਸੋਰਸਿੰਗ ਦਾ ਕੰਮ ਦੇਣਾ ਦਿੱਲੀ ਦੀ ਕੰਪਨੀ ਨੂੰ ਦੇਣਾ, ਉਹ ਜਾਇਜ਼ ਹੈ। ਜੇ ਐਡਵਰਟਾਈਜ਼ਮੈਂਟ ਦਾ ਕੰਮ ਦਿੱਲੀ ਦੀ ਕੰਪਨੀ ਨੂੰ ਦੇਣਾ, ਉਹ ਜਾਇਜ਼ ਹੈ। ਜੇ ਸੁਪਰ ਐਲਐਨ ਬਣਾ ਕੇ L1 ਜਿਹੜੇ ਸਾਡੇ ਸਾਰੇ ਵਪਾਰੀ ਮਾਰਦੇ ਪੰਜਾਬ ਦੇ, ਸੁਪਰ L1 ਬਣਾ ਕੇ ਕੰਮ ਦੇਣਾ, ਆਂਧਰਾ ਦੇ ਬੰਦੇ ਨੂੰ ਦੇਣਾ, ਉਹ ਜਾਇਜ਼ ਹੈ। ਕਿਉਂਕਿ ਉਹ ਇਹਨਾਂ ਦਾ ਕਹਿੰਦੇ ਹੁੰਦੇ ਨਾ, ਕੁੱਤਾ ਟੌਮੀ ਸਾਡਾ ਕੁੱਤਾ। ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਸ਼ੀਤਲ ਜੀ, ਇਹ ਆਪਾ ਵਿਰੋਧੀ ਗੱਲਾਂ ਕਰ ਰਹੇ ਨੇ। ਮੈਨੂੰ ਤੁਹਾਨੂੰ ਪਹਿਲਾਂ ਦੱਸਿਆ, ਮੈਨੂੰ 4 ਗੱਲਾਂ ਦੱਸ ਦੇਣ, ਮੈਂ ਹੋਰ 10 ਗਿਣਾ ਦਿੰਦਾ ਜਿਹੜਾ ਇਹਨਾਂ ਨੇ ਆਊਟ ਆਫ ਸਟੇਟ ਵਾਲਿਆਂ ਨੂੰ ਕੰਮ ਦਿੱਤੇ ਨੇ। ਔਰ ਅਗਲੀ ਗੱਲ, ਇਹ ਕਹਿੰਦੇ ਅਸੀਂ ਨੌਕਰੀਆਂ ਦੇਵਾਂਗੇ, 150 ਬੰਦਾ ਇਹਨਾਂ ਨੇ ਦਿੱਲੀ ਤੋਂ ਤਾਂ ਬਾਹਰੋਂ ਲਿਆ ਕੇ ਰੱਖ ਲਿਆ, ਉਹਨਾਂ ਨੂੰ ਸੀਐਮ ਦੇ ਕੋਟੇ ਤੋਂ ਕੋਠੀ ਦਿੱਤੀ ਵੀ ਹੈ। ਉਹ ਸਾਡੀ ਇਹਨਾਂ ਦਾ ਰੋਜ਼ ਬੈਠ ਕੇ ਇੱਥੇ ਕੀ ਕਹਿੰਦੇ ਹੁੰਦੇ ਨੇ, ਸੋਸ਼ਲ ਮੀਡੀਆ ਦੇ ਉੱਤੇ ਫਾਇਰਿੰਗ ਕਰਦੇ ਨੇ। ਜੇ ਕਿਸਾਨਾਂ ਦੇ ਖਿਲਾਫ ਕਿਤੇ ਕਿਸਾਨਾਂ ਨੇ ਧਰਨਾ ਦਿੱਤਾ, ਭਗਵੰਤ ਸਿੰਘ ਮਾਨ ਨੇ ਇਸ਼ਾਰਾ ਕੀਤਾ, ਸਾਰੀ ਰਾਤ ਫਾਇਰਿੰਗ ਹੋਈ ਕਿਸਾਨਾਂ ਦੇ ਖਿਲਾਫ, ਇਸ ਕਰਕੇ ਕਿਸਾਨ ਜਥੇਬੰਦੀਆਂ ਦੇ ਖਿਲਾਫ। ਇਸ ਕਰਕੇ ਇਹ ਜਿਹੜੀ ਇਹ ਗੱਲ ਕਰ ਰਹੇ ਨੇ ਨਾ, ਮੇਰੇ ਖਿਆਲ ਦੇ ਵਿੱਚ ਸ਼ੀਤਲ ਜੀ ਜਾਂ ਤਾਂ ਆਪਦੀ ਪੀੜ੍ਹੀ ਥੱਲੇ ਸੋਟਾ ਫੇਰ ਲੈ, ਫੇਰ ਇਹ ਗੱਲ ਕਰ ਲੈਣਾ ਚੰਗੀ ਗੱਲ ਹੈ। ਰੋਪੜ ਸਾਹਿਬ, ਤੁਹਾਨੂੰ ਇਹਨਾਂ ਨੇ ਪ੍ਰੋਟੈਸਟ ਕਰਨ ਦਿੱਤਾ, ਇਹ ਰੋਕਿਆ ਤਾਂ ਨਹੀਂ ਨਾ, ਕੀਤਾ ਨਾ ਪ੍ਰੋਟੈਸਟ? ਅਸੀਂ ਅੱਜ ਪ੍ਰੋਟੈਸਟ ਕਰਨ ਗਏ ਹੀ ਨਹੀਂ ਸੀ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਉੱਥੇ ਸਾਡੇ ਪ੍ਰਧਾਨ ਜੀ ਨੇ ਵੀ ਅਨਾਉਂਸ ਕੀਤਾ ਸੀ, ਅਸੀਂ ਦਫ਼ਤਰ 'ਚ ਵੀ ਅਨਾਉਂਸ ਕਰਕੇ ਗਏ ਸੀ ਵੀ ਸਾਡਾ ਕੋਈ ਪ੍ਰੋਟੈਸਟ ਨਹੀਂ, ਸਿੰਪਲ ਇੱਕ ਅਸੀਂ ਮੈਮੋਰੈਂਡਮ ਦੇਣਾ ਸੀ। ਉਹ
ਉਹਨਾਂ ਨੇ ਆ ਕੇ ਨਹੀਂ ਲਿਆ। ਅਸੀਂ ਉੱਥੇ ਜਿਹੜੇ ਪੁਲਿਸ ਵਾਲੇ ਬਣਦੇ ਸੀ ਸੀਗਾ, ਇੱਕ ਬੰਦੇ ਨੂੰ ਅਲਾਓ ਕਰ ਦਿਓ, ਦੋ ਨੂੰ ਅਲਾਓ ਕਰ ਦਿਓ, ਜੇ ਇਹਨਾਂ ਚੋਂ ਕਿਸੇ ਨੂੰ ਬਿਠਾਉਣਾ ਉਹ ਬਿਠਾ ਲਓ, ਅਸੀਂ ਛੱਡਣ ਆ ਗਏ ਵੀ ਛੱਡ ਜਾਂਦੇ ਆ ਇੱਥੇ। ਅਸੀਂ ਤਾਂ ਇਸ ਕੰਮ ਨੂੰ ਗਏ ਸੀ ਸਿਰਫ ਤੇ ਸਿਰਫ ਮੈਮੋਰੈਂਡਮ ਦੇਣਾ ਸਾਡਾ ਜਮਹੂਰੀ ਹੱਕ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਮੈਮੋਰੈਂਡਮ ਚ ਕੀ ਕਿਹਾ ਤੁਸੀਂ ਰੋਪੜ ਸਾਹਿਬ? ਆਵਾਜ਼ ਆ ਰਹੀ ਮੇਰੀ? ਆ ਰਹੀ ਹੈ ਜੀ, ਪਹਿਲਾਂ ਬੰਦ ਹੋ ਗਈ। ਮੈਮੋਰੈਂਡਮ ਚ ਕੀ ਕਿਹਾ ਤੁਸੀਂ? ਮੈਮੋਰੈਂਡਮ ਚ ਇਹੀ ਕਿਹਾ ਵੀ ਤੁਸੀਂ ਇਹ ਕਿਤੇ ਵਿਧਾਨ ਸਭਾ ਦੇ ਫਲੋਰ ਤੇ ਖੜ ਕੇ ਕਹਿ ਦਿੰਦੇ ਹੋ ਵੀ ਬਹਿ ਜਾ ਤੇਰੀ ਫਾਈਲ ਖੋਲ ਰਹੇ ਆ, ਖੁੱਲੀ ਆ ਸਾਡੇ ਕੋਲੇ, ਕਿਤੇ ਤੁਸੀਂ ਪ੍ਰੈਸ ਸਟੇਟਮੈਂਟ ਦਿੰਦੇ ਹੋ, ਕਿਤੇ ਬੈਠ ਕੇ ਕੁਝ ਹੋਰ ਕਰਦੇ ਹੋ। ਤੁਸੀਂ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਜਿੰਨੇ ਬੰਦੇ ਸਾਡੇ ਆ ਅਸੀਂ ਲਿਆ ਕੇ ਤੁਹਾਡੇ ਕੋਲ ਛੱਡ ਜਾਂਦੇ ਆ, ਰਾਤ ਨੂੰ 3 ਵਜੇ ਕੋਈ ਜਾਣ ਦੀ ਲੋੜ ਨਹੀਂ, ਕੋਈ ਨਹੀਂ ਭੱਜੂਗਾ, ਲਿਆ ਕੇ ਅਸੀਂ ਤੁਹਾਡੇ ਕੋਲ ਬਿਠਾ ਜਾਂਦੇ ਆ। ਜਿਹੜੀ ਇਨਕੁਆਇਰੀ ਕਰਨੀ ਹੈ ਕਰੋ, ਉਹ ਅਸੀਂ ਨਹੀਂ ਰੋਕਦੇ। ਚਲੋ ਸ਼ੀਤਲ ਅੰਗਰਾਲ, ਜਿਹੜਾ ਸਵਾਲ ਕਾਂਗਰਸ ਚੱਕਦੀ ਪਈ ਹੈ, ਕਹਿੰਦੇ ਅਸੀਂ ਤਿਆਰ ਬੈਠੇ ਆ, ਜਿਹੜੀ ਜਾਂਚ ਤੁਸੀਂ ਕਰਨੀ ਹੈ, ਸਾਡੇ ਬੰਦੇ ਵੀ ਸਾਡੇ ਨਾਲ ਹੈ, ਤੁਸੀਂ ਇਹ ਫੜ ਲਓ ਜਿਹੜੇ ਫੜਨੇ ਆ। ਸ਼ੀਤਲ ਅੰਗਰਾਲ, ਇਹ ਕਾਂਗਰਸ ਦੀ ਸਟੇਟਮੈਂਟ ਤੁਹਾਨੂੰ ਚੰਗੀ ਲੱਗਦੀ ਪਈ ਹੈ? ਸਰ ਇਹ ਬਿਲਕੁਲ ਸਿਰਫ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਜਿਹੜਾ ਇਹਨਾਂ ਨੇ ਅੱਜ ਦਾ ਜਿਹੜਾ ਦਿਨ ਚੁਣਿਆ। ਮੈਂ ਪੁੱਛਣਾ ਚਾਹੁੰਦਾ ਕਿ ਜੇ ਸਾਧੂ ਸਿੰਘ ਧਰਮਸੋਤ ਨੇ ਦਲਿਤ ਬੱਚਿਆਂ ਦਾ ਸਕਾਲਰਸ਼ਿਪ ਜੇ ਘਟਾਲਾ ਕੀਤਾ ਸੀ, ਉਹਦੇ ਤੇ ਜਾਂਚ ਚੱਲ ਰਹੀ, ਅੱਜ ਉਹਨਾਂ ਦੇ ਉਹ ਜੇਲ੍ਹ ਦੇ ਵਿੱਚ ਹੈ, ਕਿ ਜੇ ਕੇਸ ਦੇ ਵਿੱਚ ਉਹ ਆ ਜਾਣਗੇ, ਜੇ ਬਰੀ ਹੋਣਗੇ ਤੇ ਉਹਨੂੰ ਕੋਰਟ ਮਾਫ ਕਰ ਦੂਗੀ। ਜੇ ਮੈਂ ਕਹਿੰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਿਹਾ ਕਿ ਮੰਤਰੀ ਦੀ ਫਾਈਲ ਹੈ, ਜੇ ਅਸੀਂ ਗਲਤ ਕਿਸੇ ਦੀ ਫਾਈਲ ਖੋਲਾਂਗੇ ਤੇ ਪੰਜਾਬ ਦੇ ਜਿਹੜੇ ਲੋਕ ਹੈ ਸਾਨੂੰ ਉਸ ਚੀਜ਼ ਦਾ ਜਿਹੜਾ ਸਾਨੂੰ ਹਜ਼ਾਨਾ ਦੇਣਗੇ। ਤੇ ਜੇ ਅਸੀਂ ਅੱਜ ਇਹਨਾਂ ਖਿਲਾਫ ਜਾਂਚ ਚਾਲੂ ਕਰਨ ਲੱਗੇ ਆ, ਜੇ ਇਹਨਾਂ ਨੇ ਗਾਜਰਾਂ ਨਹੀਂ ਖਾਧੀਆਂ ਤੇ ਢਿੱਡ-ਪੀੜ ਕਿਉਂ ਹੋ ਰਹੀ ਹੈ? ਜੇ ਗਾਜਰਾਂ ਜਿਹਨੇ ਖਾਧੀਆਂ ਢਿੱਡ-ਪੀੜ ਹੋ ਰਹੀ ਹੋਣੀ ਹੈ। ਇਸ ਕਰਕੇ ਜੇ ਪੰਜਾਬ ਦੇ ਲੋਕਾਂ ਦਾ ਜੇ ਪੈਸਾ ਜੇ ਕਿਸੇ ਨੇ ਕੁਰਸੀ ਦੇ ਬਹਿ ਕੇ ਲੁੱਟਿਆ ਹੋਏਗਾ, ਕੋਈ ਅਫਸਰ ਹੈ, ਕੋਈ ਮੰਤਰੀ ਹੈ, ਕੋਈ ਐਮਐਲਏ ਹੈ, ਉਹ ਬਖਸ਼ਿਆ ਨਹੀਂ ਜਾਏਗਾ। ਸ਼ੀਤਲ ਜੀ ਜਿੰਨੇ ਵੀ ਮੈਂ ਤੁਸੀਂ ਲਓ ਟਾਈਮ ਲਓ ਤੁਸੀਂ ਸ਼ੀਤਲ ਜੀ ਜਿੰਨਿਆਂ ਤੇ ਵੀ ਸਵਾਲ ਹੈਗੇ ਆ, ਮੇਰੇ ਕੋਲ ਲਿਸਟ ਪਈ ਹੈ ਪੂਰੀ, ਜਿੰਨਿਆਂ ਤੇ ਸਵਾਲ ਹੈਗੇ ਆ ਕਿ ਉਹਨਾਂ ਦੇ ਉੱਤੇ ਜਾਂਚ ਜਿਹੜੀ ਉਹ ਸੂਬਾ ਏਜੰਸੀ ਹੀ ਕਰੂਗੀ ਜਾਂ ਕੇਂਦਰ ਦੀ ਏਜੰਸੀ ਦਾ ਕਿਸੇ ਸਹਿਯੋਗ ਲੈਣਾ ਤੁਸੀਂ ਸ਼ੀਤਲ ਜੀ? ਹਾਲਾਂਕਿ ਇੱਕ ਮਾਮਲੇ ਵਿੱਚ ਮੁੱਖ ਮੰਤਰੀ ਨੇ ਮਨਾ ਕੀਤਾ ਕਿ ਸਾਡੀਆਂ ਏਜੰਸੀਆਂ ਸਮਰੱਥ ਹੈ। ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਬਿਆਨ ਇਸ਼ੂ ਕੀਤਾ ਸੀ ਕਿ ਜਿਹੜੇ ਪੰਜਾਬ ਦੀ ਜਿਹੜੀ ਏਜੰਸੀਆਂ ਉਹ ਬਿਲਕੁਲ ਪੱਖ ਜਿਹੜੀ ਜਾਂਚ ਕਰਨਗੀਆਂ। ਜੇ ਸਾਨੂੰ ਕਿਤੇ ਜ਼ਰੂਰਤ ਪਏਗੀ ਅਸੀਂ ਜਾਂਚ ਬਾਹਰੋਂ ਵੀ ਕਰਵਾ ਸਕਦੇ, ਪਰ ਸਾਡੇ ਕੋਲ ਪੰਜਾਬ 'ਚ ਇੰਨੇ ਕਾਬਿਲ ਅਫਸਰ ਬੈਠੇ ਆ ਜਿਹੜੇ ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਇਸ ਕੁਰਸੀਆਂ ਤੇ ਬਹਿ ਕੇ ਬਹੁਤ ਵੱਡੇ ਜੇ ਤੁਸੀਂ ਕੇਂਦਰ ਦੀ ਏਜੰਸੀਆਂ ਨੂੰ ਕਹਿੰਦੇ ਹੋ ਕੋਈ ਜਾਂਚ ਕਰੋ, ਤੇ ਫਿਰ ਐ ਨਹੀਂ ਹੋ ਜਾਊਗਾ ਵੀ ਕੇਂਦਰ ਦੀ ਏਜੰਸੀਆਂ ਤਾਂ ਕਠਪੁਤਲੀਆਂ, ਤੁਸੀਂ ਤਾਂ ਕਹਿੰਦੇ ਹੋ ਦਿੱਲੀ ਵਿੱਚ? ਮੈਂ ਤਾਂ ਪੁੱਛ ਰਿਹਾ ਸੀ। ਸਾਨੂੰ ਲੋੜ ਨਹੀਂ ਪੈਣੀ ਭਾਜੀ, ਇਹੀ ਮਾਨ ਸਾਹਿਬ ਨੇ ਬਿਆਨ ਦਿੱਤਾ ਹੈ, ਸਾਨੂੰ ਹਜੇ ਲੋੜ ਨਹੀਂ ਪੈਣੀ। ਪੰਜਾਬ ਦੇ ਵਿੱਚ ਬਹੁਤ ਵੱਡੇ ਕਾਬਿਲ ਅਫਸਰ ਬੈਠੇ ਆ, ਇਮਾਨਦਾਰ ਲੋਕ ਬੈਠੇ ਆ। ਅਸੀਂ ਜਾਂਚ ਸਾਡੇ ਜਿਹੜੇ ਅਸੀਂ ਕਿਸੇ ਦੇ ਨਾਲ, ਹੁਣ ਮੈਂ ਕਹਿੰਦਾ ਮਨੀਸ਼ ਸੋਧੀ ਦੇ ਘਰ ਰੇਡ ਪਿਆ, 15 ਘੰਟੇ ਜਾਂਚ ਉਹਨੇ ਖੁਦ ਕੋਲ ਬੈਠ ਕੇ ਕਰਵਾਈ ਹੈ, 15 ਘੰਟੇ ਜਾਂਚ ਕਰਵਾਈ ਹੈ। ਉਹ ਇਹ ਲੋਕੋ ਭੱਜ ਰਹੇ ਆ, ਅਸੀਂ ਨਹੀਂ ਭੱਜ ਰਹੇ, ਅਸੀਂ ਜਾਂਚ ਕਰਵਾਉਣ ਨੂੰ ਤਿਆਰ ਬੈਠੇ ਆ। ਸਾਡੇ ਖਿਲਾਫ ਜੇ ਕੇਂਦਰ ਅੱਜ ਪੱਖਪਾਤ ਦੀ ਰਾਜਨੀਤੀ ਕਰ ਰਿਹਾ, ਅਸੀਂ ਕੋਲ ਬੈਠ ਕੇ ਜਾਂਚ ਕਰਵਾ ਰਹੇ ਆ, ਪਰ ਕਾਂਗਰਸ ਦੇ ਲੋਕ ਡਰਾ ਰਹੇ ਆ। ਮੈਂ ਗੱਲ ਕਰਨ ਜਾ ਰਿਹਾ ਕਿ ਅਗਰ ਅੱਜ ਆਸ਼ੂ ਜੀ ਡਰ ਰਹੇ ਆ, ਜੇ ਆਸ਼ੂ ਜੀ ਜੇ ਤੁਸੀਂ ਆਪਣੇ ਮਹਿਕਮੇ ਦੇ ਵਿੱਚ ਬੈਠ ਕੇ ਕਰਪਸ਼ਨ ਨਹੀਂ ਕੀਤੀ ਹੋਏਗੀ ਤੇ ਪੰਜਾਬ ਦੇ ਜਿਹੜੇ ਲੋਕ ਆ ਜਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨਾਂ ਧੱਕਾ ਨਹੀਂ ਕਰਨਗੇ। ਜੇ ਤੁਸੀਂ ਲੋਕਾਂ ਦਾ ਪੰਜਾਬ ਦਾ ਪੈਸਾ ਲੁੱਟਿਆ ਹੋਏਗਾ ਤੇ ਤੁਸੀਂ ਜ਼ਰੂਰ ਜੇਲ੍ਹ 'ਚ ਜਾਓਗੇ, ਉਹ ਜੇਲ੍ਹ ਜਾਣਾ ਤੁਹਾਡਾ ਤੈਅ ਹੈ। ਠੀਕ ਹੈ। ਹਾਂ ਚੇਤਨ ਜੀ, ਮੈਂ ਇੱਥੇ ਸ਼ੀਤਲ ਜੀ ਨੂੰ ਇਹ ਪੁੱਛਣਾ ਚਾਹੁੰਦਾ, ਸ਼ੀਤਲ ਜੀ ਤੁਸੀਂ ਇੰਨੀ ਗੱਲ ਕਹਿ ਦਿੱਤੀ ਕਿ ਹੁਣ ਇਹਨਾਂ ਨੇ ਜੋ ਗੱਲ ਕੀਤੀ ਸੀਗੀ ਵੀ ਸਾਡੇ ਕੋਲ ਬੜੇ ਕਾਬਲ ਅਫਸਰ ਨੇ ਤੇ ਕਾਬਲ ਐਮਐਲਏ ਤੇ ਮਿਨਿਸਟਰ ਨਹੀਂ ਹੈਗੇ ਪੰਜਾਬ ਦੇ ਕੋਲੋਂ, ਜਿਹੜੇ ਰਾਘਵ ਚੱਡਾ ਜਿਹਨੂੰ ਤੁਸੀਂ ਕਮੇਟੀ ਦਾ ਚੇਅਰਮੈਨ ਬਣਾ ਰਹੇ ਸੀ। ਕਿਉਂਕਿ ਕਾਰਨ ਇਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਇਹਦੇ ਵਿੱਚ ਇਹ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਬੜਾ ਮੋਲਡ ਕਰਕੇ ਦੱਸਦੇ ਪਏ ਹੋ ਜਿਹੜੀਆਂ ਚੀਜ਼ਾਂ ਅਸਲੀ ਤੌਰ ਤੇ ਪੰਜਾਬ ਤੇ ਪੰਜਾਬੀਅਤ ਨੂੰ ਕਿਤੇ ਨਾ ਕਿਤੇ ਸ਼ਰਮਿੰਦਾ ਕਰਦੀਆਂ ਪਈਆਂ ਨੇ। ਹੁਣ ਤੇ ਮੇਰੀ ਗੱਲ ਸੁਣ ਲਓ ਬੜੇ ਧਿਆਨ ਨਾਲ, ਮੈਂ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣੀ ਆ। ਦੂਸਰੀ ਗੱਲ, ਤੁਸੀਂ ਸਿਹਤ ਦਾ ਮਾਡਲ ਦਿੱਤਾ ਵਾ, ਪੰਜਾਬ ਦਾ ਸਿਹਤ ਮੰਤਰੀ ਵੀ ਤੁਹਾਡਾ ਜੇਲ੍ਹ ਗਿਆ ਔਰ ਦਿੱਲੀ ਵੀ ਜਿਹੜਾ ਤੁਹਾਡਾ ਸਵਾਸਥ ਮੰਤਰੀ ਜੀ ਉਹ ਵੀ ਜੇਲ੍ਹ ਗਏ ਨੇ। ਕਾਰਨ ਕੀ ਹੈ? ਪੰਜਾਬ ਵਾਲਿਆਂ ਦੇ ਖਿਲਾਫ ਤੁਹਾਡੀ ਜਿਹੜੀ ਸੁਣੀ ਹੋਈ ਸੀ ਤੁਸੀਂ ਲੋਕਾਂ ਨੇ ਸੀਡੀ, ਉਹ ਪਤਾ ਨਹੀਂ ਉਹਦੀ ਸ਼ਾਇਦ ਆਵਾਜ਼ ਰੇਜ਼ ਹੋ ਗਈ ਹੋਣੀ ਆ, ਤੇ ਦਿੱਲੀ ਵਾਲੇ ਕਹਿੰਦੇ ਨੇ ਕਿ ਮੇਰੀ ਯਾਦਾਸ਼ਤ ਚਲੇਗੀ ਉਹਦੇ ਵਿੱਚ ਜਦੋਂ ਕਿ ਕੋਵਿਡ ਦੇ ਦੌਰਾਨ ਆਇਆ ਸੀਗਾ। ਕਹਿਣ ਦਾ ਮਤਲਬ ਇਹਦੇ ਵਿੱਚ ਇਹ ਆ ਕਿ ਅਸੀਂ ਇੱਕ ਟਾਈਮ ਇੱਕ ਬੰਦੇ ਨੂੰ ਬੇਵਕੂਫ ਬਣਾ ਸਕਦੇ ਹਾਂ,
ਇੱਕ ਟਾਈਮ ਬਹੁਤਿਆਂ ਬੰਦੇ ਨੂੰ ਬੇਵਕੂਫ ਬਣਾ ਸਕਦੇ ਆ, ਹਰ ਟਾਈਮ ਹਰ ਇੱਕ ਨੂੰ ਬੇਵਕੂਫ ਨਹੀਂ ਬਣਾ ਸਕਦੇ। ਜੇ ਕਾਬਲ ਅਫਸਰ ਤੁਸੀਂ ਕਹਿੰਦੇ ਜੇ ਤੇ ਫਿਰ ਮੈਨੂੰ ਇੱਥੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਰਾਘਵ ਚੱਡਾ ਜੀ ਦੀ ਜ਼ਰੂਰਤ ਕੀ ਪਈ ਪੰਜਾਬ ਦੀ ਇੱਕ ਕਮੇਟੀ ਦੇ ਮੁਖੀ ਬਣਾਉਣ ਵਾਸਤੇ? ਕੀ ਤੁਹਾਡੇ ਕੋਲ ਕਾਬਲ ਐਮਐਲਏ ਨਹੀਂ ਹੈਗੇ? ਕੀ ਤੁਹਾਡੇ ਕੋਲ ਕਾਬਲ ਦੇ ਅਫਸਰ ਹੈਗੇ ਨੇ, ਐਮਐਲਏ ਨਹੀਂ ਬਣਾ ਸਕੇ? ਚਲੋ ਮੈਂ ਸਵਾਲ ਹੈ ਭਰਾਵਾਂ ਦੇ ਤੌਰ ਤੇ। ਮੈਂ ਇੱਕ ਛੋਟਾ ਬ੍ਰੇਕ ਲੈ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆਊਂਗਾ। ਜਿਹੜਾ ਸਵਾਲ ਹੁਣ ਆਇਆ ਕਿ ਇਹ ਕਰਪਸ਼ਨ ਨਾਲ ਰਿਲੇਟਡ ਹੈ ਕਿ ਨਹੀਂ ਹੈ, ਕਿਉਂਕਿ ਅੱਜ ਮੈਂ ਕਰਪਸ਼ਨ ਤੇ ਡਿਬੇਟ ਕਰਦਾ ਪਿਆ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਇਹ ਪੁੱਛਦੇ ਪਏ ਕਿ ਕਾਂਗਰਸ ਦੇ ਰੋਸ ਪ੍ਰਦਰਸ਼ਨ ਨਾਲ ਸੂਬਾ ਸਰਕਾਰ ਬੈਕਫੁੱਟ ਤੇ ਆ ਜਾਵੇਗੀ। ਮੈਡਮ ਸੋਲ, ਤੁਹਾਡੇ ਤੋਂ ਹੀ ਇਸ ਸੈਗਮੈਂਟ ਦਾ ਆਗਾਜ਼ ਕਰੂੰਗਾ ਮੈਂ। ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਹੁਣ ਦੁਚਿੱਤੀ ਵਿੱਚ ਅਕਾਲੀ ਦਲ ਸਹੀ ਮੈਂ ਜੇ ਸ਼ਬਦਾਂ ਵਿੱਚ ਕਹਾਂ ਤਾਂ ਜਿਸ ਤਰੀਕੇ ਨਾਲ ਬੀਜੇਪੀ ਨੇ ਕਿਹਾ ਕਿ ਹੁਣ ਕਾਬਲ ਅਫਸਰ ਵਾਲਾ ਸਵਾਲ ਹੈ ਜਿਹੜਾ ਸ਼ੀਤਲ ਜੀ ਨੇ ਚੁੱਕਿਆ, ਤੁਸੀਂ ਹਰ ਵਾਰੀ ਅਫਸਰਾਂ ਨੂੰ ਧਮਕੀ ਦਿੰਦੇ ਹੋ ਹਰ ਸਟੇਜ ਤੋਂ ਕਿ ਜਦੋਂ ਅਸੀਂ ਆਵਾਂਗੇ ਉਦੋਂ ਦੇਖ ਲਵਾਂਗੇ। ਉਹ ਡੈਰੀ ਡੂਰੀ ਵੀ ਲਾਈ ਹੋਈ ਤੁਸੀਂ ਵੀ ਸੋਲ ਸਾਹਿਬ, ਮੈਡਮ ਸੋਲ। ਉਹ ਹੁਣ ਮਾਮਲਾ ਜਿਹੜਾ ਕਰਪਸ਼ਨ ਵਾਲਾ ਹੈਗਾ, ਅਕਾਲੀ ਦਲ ਨੂੰ ਸਟੈਂਡ ਤਾਂ ਸਪਸ਼ਟ ਕਰਨਾ ਪਊਗਾ ਨਾ ਕਿ ਆਮ ਆਦਮੀ ਪਾਰਟੀ ਕਰਪਸ਼ਨ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ ਨਹੀਂ, ਜਾਂ ਇਹ ਵੀ ਸਿਰਫ ਸਿਆਸੀ ਬਦਲਾਖੋਰੀ ਤਹਿਤ ਕੰਮ ਕਰਦੀ ਪਈ ਹੈ। ਕਲੀਅਰ ਕਰੋ ਨਾ ਥੋੜਾ ਜਿਹਾ। ਜੀ ਬਿਲਕੁਲ, ਆਮ ਆਦਮੀ ਪਾਰਟੀ ਕੋਈ ਕਰਪਸ਼ਨ ਖਤਮ ਕਰਨ ਚ ਨਹੀਂ ਲੱਗੀ। ਇੱਥੇ ਗੱਲ ਸਿਰਫ ਪ੍ਰਸ਼ਾਸਨ ਦੀ ਚੱਲ ਰਹੀ ਸੀ, ਵਿਜੀਲੈਂਸ ਦੇ ਵਿੱਚ ਜੋ ਰੁਕਾਵਟ ਨਾ ਪਾਈ ਜਾਵੇ ਕੰਮਾਂ ਦੇ ਵਿੱਚ। ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਦੀ ਤੇ ਕੋਈ ਮੈਨੂੰ ਲੱਗਦਾ ਕਿ ਜੋ ਇਹਨਾਂ ਦੀ ਬਿਆਨਬਾਜ਼ੀ ਹੁੰਦੀ ਹਰ ਵੇਲੇ ਉਹ ਹਵਾ 'ਚ ਹੀ ਹੁੰਦੀ ਹੈ। ਹੁਣ ਇਹ ਗੱਲ ਕਰ ਰਹੇ ਸੀ ਕਿ ਵੀ ਸਾਡੇ ਕੋਲੇ ਕਾਬਲ ਅਫਸਰ ਨੇ ਜਾਂ ਸਾਡੇ ਕੋਲੇ ਨੇ। ਹੁਣ ਤੁਸੀਂ ਜਿਹੜੇ ਟੀਚਰਸ ਨੇ ਉਹਨਾਂ ਦੀ ਟ੍ਰੇਨਿੰਗ ਲਈ ਤੁਸੀਂ ਉਹਨਾਂ ਨੂੰ ਯੂਰਪ ਤੇ ਭੇਜ ਰਹੇ ਹੋ, ਹਨਾ? ਤਾਂ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦੇ ਵਿੱਚ ਕਾਬਿਲ ਟੀਚਰ ਨੇ, ਜਾਂ ਇੰਨਿਆਂ ਸਾਲਾਂ ਤੋਂ ਜਿਹੜੇ ਟੀਚਰਸ ਬੱਚਿਆਂ ਨੂੰ ਪੜ੍ਹਾ ਰਹੇ ਨੇ, ਕਿ ਉਹਨਾਂ ਨੇ ਗਾਂ ਅੱਗੇ ਬੱਚੇ ਕਾਬਲ ਨਹੀਂ ਬਣਾਏ ਕਿ ਅੱਜ ਸਪੈਸ਼ਲ ਕੋਈ ਟ੍ਰੇਨਿੰਗ ਬਾਹਰ ਦੇ ਦੇਸ਼ਾਂ 'ਚ ਹੋ ਕੇ ਇੱਧਰ ਆਊਗੀ? ਤੇ ਉਹ ਜਿਹੜੇ ਟੀਚਰਸ ਜਾਣੇ ਨੇ ਉਹ ਕਿਹੜੇ ਖਰਚੇ ਤੇ ਜਾਣੇ ਨੇ? ਜਦਕਿ ਪੰਜਾਬ ਤਾਂ ਅੱਗੇ ਹੀ ਬੜਾ ਕਰਜ਼ਾਈ ਹੈ। ਜਿਵੇਂ ਹੁਣ ਤੁਸੀਂ ਵੀ 10 ਕਰੋੜ ਦੇ ਨੀਅਰ ਅਬਾਊਟ ਕਰਜ਼ਾ ਲੈ ਚੁੱਕੇ ਹੋ, ਫਿਰ ਤੁਸੀਂ ਫੰਡ ਨਹੀਂ ਰਿਲੀਜ਼ ਕੀਤੇ ਹਾਲੇ ਤੱਕ ਜਿੰਨੇ ਵੀ ਕਾਲਜਸ ਸੀ। ਹੁਣ ਏਮਸ ਹਸਪੀਟਲ ਦੀ ਗੱਲ ਕਰ ਲਈਏ ਤਾਂ ਉੱਥੇ ਮੈਂ ਕਰਪਸ਼ਨ ਦੀ ਗੱਲ ਕਰ ਰਿਹਾ, ਆਪਾਂ ਪਤਾ ਨਹੀਂ ਕਿਉਂ ਟਰੈਕ ਚੇਂਜ ਕਰਦੇ ਨੇ, ਮੈਨੂੰ ਸਮਝ ਨਹੀਂ ਆਉਂਦੀ। ਕਾਂਟ ਆਪੇ ਬੋਲ ਲੈਣੇ ਆਪਾਂ ਜੀ ਗੱਲਾਂ ਰਿਲੇਟਡ। ਮੈਂ ਕਰਪਸ਼ਨ ਦੀ ਗੱਲ ਇੱਕ ਮਿੰਟ ਮੈਨੂੰ ਦੱਸੋ, ਇੱਕ ਮਿੰਟ ਮੈਡਮ ਸੋਲ, ਮੇਰਾ ਸਿੱਧਾ ਸਵਾਲ ਹੈ, ਇਹਨਾਂ ਨੇ ਕਰਜ਼ਾ ਲਿਆ, ਕਰਪਸ਼ਨ ਕੀਤੀ, ਉਹ ਦੱਸੋ ਨਾ। ਜੇ ਕਰਜ਼ਾ ਲੈ ਕੇ ਕਰਪਸ਼ਨ ਕੀਤੀ ਹੈ ਉਹ ਦੱਸੋ ਜੀ। ਕਰਪਸ਼ਨ ਦੀ ਗੱਲ ਇਵੇਂ ਹੈ ਜੀ ਕਿ ਹਾਲੇ ਇਹਨਾਂ ਨੂੰ 5 ਮਹੀਨੇ ਹੋਏ ਆ, ਹਾਲੇ ਤਾਂ ਇਹਨਾਂ ਦਾ ਦਿਖਣਾ ਅੱਗੇ ਕਿ ਤੁਹਾਨੂੰ ਕੀ ਹੈ ਕਰਦੇ ਨੇ। ਵਿਜੇ ਸਿੰਗਲਾ ਕਰਪਟ ਹੈ, ਵਿਜੇ ਸਿੰਗਲਾ ਕਰਪਟ ਹੈ, ਆਮ ਆਦਮੀ ਪਾਰਟੀ ਆਪ ਕਹਿੰਦੀ ਹੈ। ਅਕਾਲੀ ਦਲ ਕੀ ਕਹਿੰਦਾ? ਵਿਜੇ ਸਿੰਗਲਾ ਦੇ ਹੱਕ ਵਿੱਚ ਅਕਾਲੀ ਦਲ ਸੌਰੀ ਵਿਜੇ ਸਿੰਗਲਾ ਦੇ ਹੱਕ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਕਹਿੰਦੀ ਕਰਪਟ ਹੈ ਸਾਡਾ ਮੰਤਰੀ। ਅਸੀਂ ਬਿਲਕੁਲ ਵਿਜੇ ਸਿੰਗਲਾ ਦੇ ਹੱਕ ਚ ਨਹੀਂ, ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਜੋ ਬੰਦਾ ਤੁਸੀਂ ਕਹਿ ਰਹੇ ਹੋ ਕਿ ਕਰਪਟ ਹੈ, ਸੀਐਮ ਸਾਹਿਬ ਕੋ ਉਹਦੀ ਸੀਡੀ ਹੈ, ਤੇ ਤੁਸੀਂ ਉਹਨੂੰ ਫਿਰ ਕੈਬਨਿਟ ਮੀਟਿੰਗ 'ਚ ਬਿਠਾ ਰਹੇ ਹੋ। ਸਾਨੂੰ ਆਪਣਾ ਮਨਸ਼ਾ ਤੇ ਦੱਸੋ। ਕੈਬਨਿਟ ਮੀਟਿੰਗ 'ਚ ਕਿੱਥੇ ਬਹਿ ਜਾਓ ਮੈਡਮ ਸੋਲ? ਐਂ ਨਾ ਕਰੋ, ਆਪਾਂ ਤਾਂ ਸਿੱਧਾ ਹੀ ਧੱਕਾ ਕਰੀ ਜਾਂਦੇ ਆ। ਐਦਾਂ ਨਾ ਕਰੋ, ਕੈਬਨਿਟ ਮੀਟਿੰਗ 'ਚ ਨਹੀਂ ਬੈਠ ਸਕਦੇ। ਇੱਕ ਮਿੰਟ ਸ਼ੀਤਲ ਜੀ ਨਹੀਂ ਬੈਠ ਸਕਦੇ। ਉਹ ਸ਼ੀਤਲ ਜੀ ਤੁਸੀਂ ਵੀ ਨਹੀਂ ਬੈਠ ਸਕਦੇ। ਮੈਡਮ ਸੋਲ, ਸ਼ੀਤਲ ਜੀ ਵੀ ਨਹੀਂ ਬੈਠ ਸਕਦੇ। ਕਰ ਲੈਂਦੇ ਹੋ ਸ਼ੀਤਲ ਅਗਰਵਾਲ ਜੀ। ਇੱਕ ਮਿੰਟ ਮੈਡਮ ਜੀ, ਤੁਹਾਨੂੰ ਪਤਾ ਨਹੀਂ ਹੈਗਾ। ਇੱਕ ਮਿੰਟ ਸ਼ੀਤਲ ਜੀ ਤੁਹਾਡਾ ਪੱਖ ਮੈਂ ਰੱਖਤਾ। ਸ਼ੀਤਲ ਜੀ ਤੁਹਾਡਾ ਪੱਖ ਰੱਖਤਾ ਮੈਂ। ਮੈਨੂੰ ਗੱਲ ਪੂਰੀ ਕਰ ਲੈਂਦੇ ਹੋ। ਪਿਛਲੀ ਵਾਰੀ ਅਸੀਂ ਇੱਕ ਡਿਬੇਟ 'ਚ ਮੈਂ ਬੈਠੀ ਸਾਂ ਦੂਸਰੇ ਤੇ, ਉਹਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਬੈਠੇ ਸੀ, ਉਹਨਾਂ ਨਾਲ ਵੀ ਇੱਕ ਮੈਂ ਤੁਹਾਡੀ ਪਾਰਟੀ ਦੇ ਅੱਗੇ ਵੀ ਹੁਣ ਵੀ ਤੁਹਾਡੇ ਜਰੀਏ ਮੀਡੀਆ ਦੇ ਜਰੀਏ ਗੱਲ ਲੈਣਾ ਚਾਹ ਰਹੀ ਹਾਂ ਕਿ ਜੋ ਇੱਕ ਮੇਨ ਮੁੱਦਾ ਪੰਜਾਬ ਦਾ ਇਸ ਟਾਈਮ ਡਰੱਗਸ ਹੈ, ਤੇ ਤੁਹਾਡੀ ਜਿਹੜੀ ਸਰਕਾਰ ਆਪਾਂ ਫਿਰ ਡਰੱਗਸ ਤੇ ਆ ਗਏ ਨਾ। ਇਦਾਂ ਨਾ ਕਰਿਆ ਕਰੋ, ਇਦਾਂ ਨਾ। ਮੈਂ ਇਦਾਂ ਇਸ਼ੂ ਨਹੀਂ ਮੈਂ ਲੈਂਦਾ ਹੁੰਦਾ ਮੈਡਮ, ਪਲੀਜ਼। ਮੈਂ ਇਸ਼ੂ ਵਾਈਜ਼ ਡਿਬੇਟ ਕਰਦਾ ਨਾ। ਡਰੱਗ ਵਿੱਚ ਕੋਈ ਕਰਪਸ਼ਨ ਕੀਤੀ ਦੱਸੋ ਨਾ। ਡਰੱਗ ਮਨੀ ਵਿੱਚ ਕੋਈ ਕਰਪਸ਼ਨ ਨੇ ਸਾਹਮਣੇ ਦੱਸੋ ਨਾ। ਮੈਨੂੰ ਫੈਕਟ ਦੱਸਿਆ ਕਰੋ, ਇਦਾਂ ਨਾ ਕਰਿਆ ਕਰੋ। ਕਿਤੇ ਵੀ ਕੋਈ ਮੁੱਦਾ ਛੇੜ ਲਿਆ, ਹੁਣ ਰਾਘਵ ਚੱਡਾ ਦਾ ਛੇੜ ਲਿਆ, ਮੈਂ ਰਾਘਵ ਚੱਡਾ ਡਿਬੇਟ ਕਰਨ ਵਾਸਤੇ ਨਹੀਂ ਬੈਠਾ ਇੱਥੇ। ਪਲੀਜ਼ ਨਹੀਂ, ਇੱਕ ਮਿੰਟ ਰੁਕ ਜਾਓ। ਨਹੀਂ ਮੈਡਮ ਸੋਲ, ਪਲੀਜ਼ ਰੁਕ ਜਾਓ ਨਾ। ਮੈਂ ਇਹ ਇਸ਼ੂ ਲੈਣਾ ਹੀ ਨਹੀਂਗਾ। ਜਿਹੜੇ ਇਸ਼ੂ ਤੇ ਮੈਂ ਡਿਬੇਟ ਕਰ ਰਿਹਾ, ਮੈਂ ਉਸੇ ਇਸ਼ੂ ਤੇ ਰਹਿਣਾ। ਪਲੀਜ਼ ਇਦਾਂ ਨਾ ਕਰੋ ਮੈਡਮ ਸੋਲ। ਨਹੀਂ ਲੈਣਾ ਮੈਂ ਨਾ ਇਸ਼ੂ, ਨਹੀਂ ਲੈਣਾ। ਮੈਂ ਤੁਹਾਨੂੰ 2.5 ਮਿੰਟ ਦਿੱਤੇ ਆ, ਨਹੀਂ ਲੈਣਾ ਮੈਂ ਇਸ਼ੂ, ਨਹੀਂ ਲੈਣਾ ਨਾ। ਮੈਂ ਆ ਜਾਊਂਗਾ ਫਿਰ। ਸੁਦੇਸ਼ ਰੋਪੜ, ਹੁਣ ਤੁਹਾਡਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੈ? ਇਹਨਾਂ ਦੇ ਦਬਾਅ ਵਿੱਚ ਨਹੀਂ ਹੋਣਾ, ਕਲੀਅਰ ਕੱਟ। ਮੈਂ ਤਾਂ ਸਵਾਲ ਇਹ ਕੀਤਾ ਸੀ, ਸਰਕਾਰ ਬੈਕਵਰਡ ਤੇ ਆ ਜਾਊਗੀ। ਅਸੀਂ ਤਾਂ 10 ਵਾਰੀ ਕਹਤਾ ਨਾ ਦਬਾਅ ਪਾਉਣਾ, ਨਾ ਦਬਾਅ ਪਾਉਣ ਦੀ ਲੋੜ ਹੈ। ਅਸੀਂ ਤਾਂ ਕਹਿੰਦੇ ਆ ਦੁੱਧ ਤੇ ਪਾਣੀ ਹੋਣਾ ਚਾਹੀਦਾ। ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ ਵੀ ਹੁਣ ਸ਼ੀਤਲ ਅੰਗਰਾਲ ਜੀ ਕਹਿ ਰਹੇ ਸੀ ਵੀ ਇਹ ਉੱਤੇ ਦਬਾਅ ਪਾਉਣ ਵਾਸਤੇ ਗਏ ਸੀ। ਅਸੀਂ ਨਹੀਂ ਕਹਿੰਦੇ ਕਰਦੇ, ਅਸੀਂ ਕਹਿੰਦੇ ਜੀ ਸਾਡੇ ਸਿਸੋਦੀਆ ਜੀ ਦੇ ਬਾਹਰ ਉਹਦੇ ਜਦੋਂ ਇਨਕੁਆਇਰੀ ਚੱਲਦੀ ਸੀ, ਆਮ ਆਦਮੀ ਪਾਰਟੀ ਦੇ ਵਰਕਰ ਖੜੇ ਹੋ ਕੇ ਪ੍ਰੋਟੈਸਟ ਕਰਦੇ ਸੀ। ਉਹ ਕੀ ਸੀਗਾ ਜੀ? ਇਸ ਕਰਕੇ ਮੈਂ ਉਹੀ ਗੱਲ ਕਰਦਾ, ਜਾਂ ਤਾਂ ਸ਼ੀਤਲ ਅੰਗਰਾਲ ਜੀ ਆਪਣਾ ਹੋਮਵਰਕ ਪੂਰਾ ਨਹੀਂ ਕਰਕੇ ਆਏ, ਜਾਂ ਫਿਰ ਇਹਨਾਂ ਵਾਲੀਆਂ ਗੱਲਾਂ ਠੀਕ ਨੇ, ਦੂਜਿਆਂ ਵਾਲੀਆਂ ਗੱਲਾਂ ਗਲਤ ਨੇ। ਹੁਣ ਇੱਕ ਮੈਂ ਮੈਡਮ ਦੀ ਵੀ ਗੱਲ ਕਰਦਾ, ਕਹਿੰਦੇ ਜੀ ਇਹ ਥ੍ਰੈਟ ਕਰ ਰਹੇ ਨੇ ਸਾਡੇ ਪ੍ਰਧਾਨ ਜੀ। ਇਹ ਹਮੇਸ਼ਾ ਲਾਲ ਡੈਰੀ ਸੁਖਬੀਰ ਬਾਦਲ ਜੀ ਦੀ ਜੇ ਤਾਂ ਭਰ ਗਈ,
ਉਹ ਭਰ ਗਈ ਜਾਂ ਕਿਤੇ ਡਿੱਗ ਪਈ। ਉਹਦਾ ਹਮੇਸ਼ਾ ਲਾਲ ਡੈਰੀ ਰੱਖਦੇ ਸੀ। ਮੈਂ ਅਫਸਰ ਦਾ ਨਾਮ ਲਾਲ ਡੈਰੀ 'ਚ ਲਿਖ ਲਿਆ, ਮੈਂ ਇਸ ਅਫਸਰ ਦਾ ਨਾਮ ਲਾਲ ਡੈਰੀ 'ਚ ਲਿਖ ਲਿਆ। ਰੋਪੜ ਸਾਹਿਬ ਇੱਕ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਮੈਂ। ਰੋਪੜ ਸਾਹਿਬ, ਜਿਹੜੇ ਮਾਮਲੇ ਵਿੱਚ ਮਿਸਟਰ ਧਰਮਸੋਤ ਹਰੀ ਅੰਦਰ ਹੈ, ਗਿਲਜੀਆਂ ਸਾਹਿਬ ਜ਼ਮਾਨਤ ਤੇ ਹੈ, ਮੇਰਾ ਸਵਾਲ ਹੈ ਰੋਪੜ ਸਾਹਿਬ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹ ਵਿਭਾਗ ਆ ਜਿਹੜਾ ਅਕਾਲੀ ਬੀਜੇਪੀ ਵੇਲੇ ਵੀ ਸੀਗਾ, ਉਸ ਮਾਮਲੇ ਵਿੱਚ ਵੀ ਅਕਾਲੀ ਬੀਜੇਪੀ ਸਰਕਾਰ ਵੱਲੋਂ ਵੀ ਸਵਾਲ ਹੈਗੇ ਜਾਂ ਨਹੀਂ ਰੋਪੜ ਸਾਹਿਬ? ਨਹੀਂ ਦੇਖੋ, ਜਿਹੜਾ ਹਜੇ ਧਰਮਸੋਤ ਸਾਹਿਬ ਤੇ ਪਰਚਾ ਹੈ ਨਾ, ਉਹ ਹਜੇ ਫੋਰੈਸਟ ਦਾ, ਉਹ ਵੀ ਇੱਕ ਡੈਰੀ ਤੇ ਹੈ, ਇੱਕ ਠੇਕੇਦਾਰ ਦੀ ਡੈਰੀ ਦੇ ਉੱਤੇ ਪਰਚਾ ਹੋਇਆ। ਅੰਗਰਾਲ ਸਾਹਿਬ ਉਹ ਵੀ ਗਲਤ ਮਾਹੀ ਕਰਨਾ, ਉਹਦਾ ਹੋਮਵਰਕ ਨਹੀਂ। ਉਹ ਕਹੀ ਜਾਂਦਾ ਵਜੀਫੇ ਵਾਲੇ 'ਚ, ਉਹ ਵਜੀਫੇ ਵਾਲਾ ਤਾਂ ਖੁੱਲਣ ਦੋ। ਅਸੀਂ ਵੀ ਚਾਹੁੰਦੇ ਆ ਜਿਹੜੇ ਮਿੱਤਲ ਨੇ ਨਾ 13 ਏਕੜ ਜ਼ਮੀਨ ਦੱਬੀ ਹੈ, ਔਰ ਉਹਦੀ ਤਾਂ ਇਹ ਛਡਾਉਣ ਨਹੀਂ ਜਾਂਦੇ। ਉਹਨੇ ਜਿਹੜਾ ਨਾਨਕਪੁਰੇ ਪੰਚਾਇਤ ਦੀ ਦਾ ਤਬਾਦਲਾ ਕੀਤਾ ਨਾ, ਜਿਹੜੀ ਜ਼ਮੀਨ ਦਾ ਕਰੋੜਾਂ ਰੁਪਏ ਦੀ, ਉਹ ਹੜਪ ਗਿਆ ਇਹਨਾਂ ਦਾ ਰਾਜ ਸਭਾ ਮੈਂਬਰ। ਔਰ ਦੂਜੀ ਗੱਲ, ਉਹ ਮੇਰੀ ਗੱਲ ਇੱਕ ਮਿੰਟ ਪੂਰੀ, ਵਜੀਫੇ ਵਾਲਾ ਖੁੱਲਣ ਦੋ। ਉਹ ਮਿੱਤਲ ਜਿਹੜੀ ਜਸਟਿਸ ਆਪਣੇ ਨਿਰਮਲ ਸਿੰਘ ਦੀ ਕਮੇਟੀ, ਉਹ ਕਹਿੰਦੀ ਹੈ ਮਿੱਤਲ ਨੇ ਡਿਸਟੈਂਸ ਐਜੂਕੇਸ਼ਨ ਦੇ ਸਟੂਡੈਂਟ ਦਿਖਾ ਕੇ ਉਹਨੇ ਵੀ ਵਜੀਫੇ ਦੇ ਪੈਸੇ ਕਲੇਮ ਕੀਤੇ। ਜੇ ਵਜੀਫੇ ਵਾਲਾ ਖੁੱਲ ਗਿਆ ਰੋਪੜ ਸਾਹਿਬ, ਸਾਹਮਣੇ ਆਉਣਗੇ ਰੋਪੜ ਸਾਹਿਬ, ਜੇ ਵਜੀਫੇ ਵਾਲਾ ਖੁੱਲ ਗਿਆ ਤਾਂ ਉਹਨਾਂ 'ਚ ਅਕਾਲੀ ਬੀਜੇਪੀ ਸਰਕਾਰ ਵੀ ਆਊਗੀ। ਬਿਲਕੁਲ ਬਿਲਕੁਲ। ਚਲੋ ਠੀਕ ਹੈ। ਸ਼ੀਤਲ ਅੰਗਰਾਲ, ਇਹ ਜਿਹੜਾ ਕਰਪਸ਼ਨ ਵਾਲਾ ਮਾਮਲਾ ਹੁਣ ਚੱਕਦੇ ਪਏ ਮਿਸਟਰ ਰੋਪੜ, ਉਹ ਕਹਿੰਦੇ ਵੀ ਕਰਪਸ਼ਨ ਦੇ ਮਾਮਲੇ ਵਿੱਚ ਤੁਸੀਂ ਵੀ ਡਬਲ ਸਟੈਂਡਰਡ ਅਪਣਾਉਂਦੇ ਹੋ ਕਿ ਕਰਪਸ਼ਨ ਕਿਹੋ ਜੀ ਹੈ ਕਿਹੋ ਜੀ ਨਹੀਂ। ਵਿਜੇ ਸਿੰਘ ਵਾਲਾ ਮਾਮਲੇ ਤੁਸੀਂ ਲਾਤਾ ਵਿਜੇ ਸਿੰਘਲੇ ਨੂੰ, ਨਾ ਤਾਂ ਸਤਿੰਦਰ ਜੈਨ ਨੂੰ ਤੁਸੀਂ ਹੱਥ ਪਾਇਆ, ਨਾ ਮਨੀਸ਼ ਸਿਸੋਦੀਆ ਨੂੰ ਹੱਥ ਪਾਇਆ, ਨਾ ਉਹਨਾਂ ਦੀ ਕੋਈ ਮੈਂਬਰਸ਼ਿਪ ਮੁਅੱਤਲੀ ਕੀਤੀ, ਨਾ ਉਹਨਾਂ ਨੇ ਮੰਤਰੀ ਪਦ ਤੋਂ ਲਾਇਆ, ਮੰਤਰੀ ਉਹਦੇ ਤੋਂ ਲਾਇਆ। ਸ਼ੀਤਲ ਜੀ, ਇਹ ਜਸਟੀਫਾਈ ਕਰ ਸਕਦੇ ਤੁਸੀਂ ਸ਼ੀਤਲ ਜੀ? ਸਰ, ਤੁਹਾਡੇ ਕੋਲ ਚੈਨਲ ਦੇ ਵਿੱਚ ਬੀਜੇਪੀ ਦੇ ਵੀ ਪ੍ਰਵਕਤਾ ਬੈਠੇ ਹੈ, ਤੁਹਾਡੇ ਕੋਲ ਕਾਂਗਰਸ ਦੇ ਬੈਠੇ ਆ, ਤੁਹਾਡੇ ਕੋਲ ਅਕਾਲੀ ਦਲ ਦੇ ਬੈਠੇ ਆ। ਮੈਂ ਤਿੰਨਾਂ ਨੂੰ ਕਹਿਣਾ ਚਾਹੁੰਦਾ ਕਿ ਮਨੀਸ਼ ਸਿਸੋਦੀਆ ਦੇ ਖਿਲਾਫ ਇਹਨਾਂ ਕੋਲ ਪ੍ਰੂਫ ਕੋਈ ਹੈਗਾ? ਉਹ ਕੱਲ ਹੀ ਆਮ ਆਦਮੀ ਪਾਰਟੀ ਉਹਨਾਂ ਨੂੰ ਰਿਜ਼ਾਈਨ ਕਰਾਏਗੀ, ਕੋਈ ਪ੍ਰੂਫ ਹੈਗਾ? ਸਿਰਫ ਤੇ ਸਿਰਫ ਉਹ ਦੇਸ਼ ਦੇ ਵਿੱਚ ਉਹਨਾਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਘਰ ਦੇ ਵਿੱਚ ਕੱਲ ਸੀਬੀਆਈ ਰੇਡ ਕੀਤੀ ਗਈ ਪਰਸੋਂ। ਨਹੀਂ ਇਦਾਂ ਨਹੀਂ ਹੁੰਦਾ, ਇਦਾਂ ਨਹੀਂ ਹੁੰਦਾ। ਪ੍ਰੂਫ ਹੈ ਤੇ ਮੈਨੂੰ ਦੱਸਣ ਵਿਜੇ ਸਿੰਘਲਾ ਜੀ ਦੀ ਇਦਾਂ ਨਹੀਂ ਹੁੰਦਾ। ਮੈਂ ਜਵਾਬ ਦੇ ਦਿੰਦਾ। ਇੱਕ ਮਿੰਟ ਸੁਣ ਲਿਆ ਸ਼ੀਤਲ ਜੀ, ਮਿਸਟਰ ਚੇਤਨ ਬੈਠੇ, ਇੱਕ ਮਿੰਟ ਆ ਰਿਹਾ ਰੋਪੜ ਸਾਹਿਬ ਮੈਡਮ ਸੋਲ, ਇੱਕ ਮਿੰਟ ਰੁਕ ਜਾਓ। ਮੈਨੂੰ ਪਤਾ ਦਿੱਲੀ ਵਾਲੇ ਸਵਾਲ ਤੇ ਸਾਰੇ ਭੱਜ ਪੈਂਦੇ। ਸ਼ੀਤਲ ਜੀ, ਪਹਿਲਾਂ ਤੇ ਤੁਹਾਨੂੰ ਇਹਨਾਂ ਨੇ ਦੋ ਸਵਾਲਾਂ ਜਵਾਬ ਦਊਂਗਾ। ਪਹਿਲਾਂ ਤੇ ਕਹਿੰਦੇ ਪੰਜਾਬ 'ਚ ਕਰਪਸ਼ਨ ਹੈਗੀ ਕਿ ਨਹੀਂ ਹੈਗੀ। ਪੰਜਾਬ 'ਚ ਬਿਲਕੁਲ ਕਰਪਸ਼ਨ ਹੈਗੀ ਆ। ਕਰਪਸ਼ਨ ਦੇ ਜਿਹੜੇ ਪੈਮਾਨੇ ਬੜੇ ਵੱਖਰੇ ਹੋ ਚੁੱਕੇ ਨੇ। ਜੇ 6000 ਨੂੰ ਸੈਂਕੜਾ ਮਿਲਦੀ ਪਈ ਆ ਰੇਤਾ, ਤੇ ਇਹ ਵੀ ਬੜੀ ਵੱਡੀ ਕਰਪਸ਼ਨ ਆ। ਦੂਸਰੀ ਗੱਲ, ਜੇਕਰ ਤੁਸੀਂ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਨਹੀਂ ਫ੍ਰੀ ਮੁਹੱਈਆ ਕਰਵਾ ਰਹੇ, ਦੂਜੇ ਬੰਨੇ ਬਾਹਰੋਂ ਮਹਿੰਗੀਆਂ ਵਿਕਦੀਆਂ ਪਈਆਂ, ਇਹ ਵੀ ਇੱਕ ਕਰਪਸ਼ਨ ਆ, ਬਹੁਤ ਵੱਡੀ ਕਰਪਸ਼ਨ ਤੁਹਾਡੇ ਰਾਜ 'ਚ ਹੋ ਰਹੀ ਆ। ਤੁਹਾਡੇ ਕੋਲ ਕੰਟਰੋਲ ਤਾਂ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਲੋਕ ਤਜਰਬੇ ਕਰਨੀ ਹੈ। ਦੂਜੀ ਗੱਲ, ਹੁਣ ਤੁਸੀਂ ਆ ਰਹੇ ਮਨੀਸ਼ ਸਿਸੋਦੀਆ ਦੇ ਉੱਤੇ, ਮਨੀਸ਼ ਸਿਸੋਦੀਆ ਦੇ ਉੱਤੇ ਜੇ ਰੇਡ ਪਈ ਆ, ਰੇਡ ਅਫਸਰਾਂ ਨੇ ਪਾਈ ਹੋਈ ਆ, ਲੇਕਿਨ ਸੁਣ ਲਓ ਮੇਰੀ ਧਿਆਨ ਨਾਲ ਗੱਲ ਇਹਦੇ ਵਿੱਚ, ਤੇ ਕੱਟ ਨਾ ਗੱਲ ਨੂੰ, ਲੇਕਿਨ ਉਸ ਤੋਂ ਬਾਅਦ ਉਹ ਇੱਕ ਜਾਂਚ ਪ੍ਰਕਿਰਿਆ ਵਾ। ਉਸ ਤੋਂ ਬਾਅਦ ਉਹ ਡਾਕੂਮੈਂਟੇਸ਼ਨ ਕਿੱਧਰ ਗਏ, ਟਾਈਮ ਟੂ ਟਾਈਮ ਉਹ ਅਫਸਰ ਦੱਸਣਗੇ। ਤੁਸੀਂ ਕਿਹਾ ਵੀ ਹੁਣੇ ਹੋਈ ਆ, ਤੁਹਾਨੂੰ ਕੋਈ ਲੱਭਿਆ ਕਿ ਨਹੀਂ ਲੱਭਿਆ, ਇਦਾਂ ਨਹੀਂ ਗੱਲ ਹੁੰਦੀ। ਤੁਸੀਂ ਤੇ ਸੁਣ ਕੇ ਸੀਡੀ ਵੀ ਆਪਣੇ ਸਿਹਤ ਮੰਤਰੀ ਦੀ ਤੇ ਮੁੜ ਤੁਸੀਂ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤੀ, ਔਰ ਇੰਨੇ ਚਿਰਾਂ ਬਾਅਦ ਟਾਈਮ ਵੀ ਮਿਲਿਆ। ਤੁਸੀਂ ਇੱਕਦਮ ਕਿਦਾਂ ਕਹਿ ਸਕਦੇ ਹੋ ਕਿ ਮਨੀਸ਼ ਸਿਸੋਦੀਆ ਦਾਗੀ ਨਹੀਂ ਹੈਗੇ ਜਾਂ ਹੈਗੇ ਆ? ਅਸੀਂ ਵੀ ਨਹੀਂ ਕਹਿ ਰਹੇ, ਲੇਕਿਨ ਇੱਕ ਗੱਲ ਕਹਿੰਦੇ ਅਸੀਂ ਕਿ ਧੂਆਂ ਉਠਾ ਹੈ, ਆਗ ਕहीं ਲੱਗੀ ਹੋਗੀ ਕਿਤਨਾ ਕਿਤੇ। ਤੇ ਉਹਨਾਂ ਦੀ ਜਿਹੜੀ ਅਸੀਂ ਤੁਹਾਡੀ ਐਜੂਕੇਸ਼ਨ ਪਾਲਿਸੀ ਤੇ ਗੱਲ ਹੀ ਨਹੀਂ ਕਰਦੇ, ਗੱਲ ਤੇ ਹੈਗੀ ਸ਼ਰਾਬ ਦੀ ਪਾਲਿਸੀ ਦੀ। ਜਿਹੜੇ 144 ਕਰੋੜ ਦੀ ਗੱਲ ਆਈ ਨਾ, ਨਹੀਂ ਕੇਪੀ ਜੇ ਗੱਲ ਪੂਰੀ ਕਰ ਲੈਂਦਾ ਵਿੱਚ ਨਾਟਕ, ਤੁਸੀਂ ਬਹੁਤ ਵਧੀਆ ਉਹ ਹੈਗੇ। ਉਹ ਗੱਲ ਇਹ ਹੈਗੀ ਆ ਕਿ 144 ਕਰੋੜ ਦੀ ਜਿਹੜੀ ਗੱਲ ਆਈ ਆ, ਉਹਦੇ ਵਿੱਚ ਤੁਸੀਂ ਨਾਲ ਇਹ ਵੀ ਵੇਖੋ ਨਾ ਕਿ ਤੁਹਾਡੀ ਜਿਹੜੀ ਪਾਲਿਸੀ ਦੇ ਵਿੱਚ ਆਉਣ ਵਾਲੇ ਕਿੰਨੇ ਠੇਕੇ ਆਲਰੇਡੀ ਬੰਦ ਹੋ ਚੁੱਕੇ ਨੇ। ਔਰ ਦੂਸਰੀ ਗੱਲ ਆ, ਇਹ ਪਾਲਿਸੀ ਦੀ ਗੱਲ ਚੱਲਦੀ ਪਈ ਆ। ਪਾਲਿਸੀ ਦੇ ਵਿੱਚ ਬੜੇ ਸਿਸਟਮ, ਬੜੇ ਡਾਇਗਨਲ ਚੈੱਕ ਕਰਨੇ ਪੈਂਦੇ ਨੇ। ਇਦਾਂ ਨਹੀਂ ਕਿ ਅੱਜ ਉਹਨਾਂ ਦੇ ਘਰ ਜੇ ਹੋਈ ਹੈ ਤੁਹਾਨੂੰ ਕੀ ਲੱਭਾ, ਇਦਾਂ ਨਹੀਂ ਹੁੰਦਾ ਕਦੀ ਵੀ। ਮੈਨੂੰ ਇੱਕ ਗੱਲ ਥੋੜੀ ਹੈਗੀ ਆ, ਬਸ ਮੈਂ ਇੱਕੋ ਬੇਨਤੀ ਕਰਾਂਗਾ ਸ਼ੀਤਲ ਜੀ ਨੂੰ ਕਿ ਆਪਣੇ ਸਿਸੋਦੀਆ ਸਾਹਿਬ ਨੂੰ ਸਾਡੇ ਵੱਲੋਂ ਇੱਕ ਮੈਸੇਜ ਦੇ ਦਿਓ ਕਿ ਤੁਸੀਂ ਵੀ ਸਤਿੰਦਰ ਜੈਨ ਵਾਂਗੂ ਯਾਦਾਸ਼ਤ ਨਾ ਭੁਲਾ ਲਿਓ, ਜਾਂ ਹੁਣੇ ਸਪਲੀਮੈਂਟ ਦੇਣੇ ਸ਼ੁਰੂ ਕਰ ਦਿਓ ਬੇਟਾ। ਹਾਂ ਮਿਸਟਰ ਰੋਪੜ ਫਟਾਫਟ ਪਲੀਜ਼। ਰੋਪੜ ਸਾਹਿਬ, ਮੈਂ ਉਹੀ ਗੱਲ ਕਰਦਾ, ਕਹਿੰਦੇ ਨਾ ਸਬੂਤ ਨਹੀਂ ਹੈ। ਇਵੈਂਟ ਮੈਨੇਜਮੈਂਟ ਕੰਪਨੀ ਦਾ ਬੰਦਾ ਨਾਇਰ, ਉਹ ਤਾਂ ਪਾਲਿਸੀ ਬਣਾ ਰਿਹਾ ਹੈ, ਨਾਲ ਉਹਦੇ 4 ਹੋਰ ਪ੍ਰਾਈਵੇਟ ਬੰਦੇ, ਸਰਕਾਰੀ ਪਾਲਿਸੀ ਪ੍ਰਾਈਵੇਟ ਬੰਦੇ ਬਣਾ ਰਿਹਾ। ਔਰ ਵੱਡੀ ਕੰਪਨੀ ਵਾਲਾ ਅਰੋੜਾ, ਉਹਦੇ ਖਾਤੇ 'ਚੋਂ 2 ਕਰੋੜ ਰੁਪਏ ਟ੍ਰਾਂਸਫਰ ਹੁੰਦਾ ਹੈ, ਉਹ ਬਕਾਇਦਾ ਡਾਕੂਮੈਂਟੇਸ਼ਨ ਹੈ। ਹਜੇ ਕਹਿੰਦੇ ਫਿਰ ਮੈਂ ਤਾਂ ਤੁਹਾਨੂੰ ਡਾਕੂਮੈਂਟੇਸ਼ਨ ਦੇਣਾ, ਇੱਕ ਅਖਬਾਰ 10 ਸਵਾਲ ਕਰਦਾ, ਉਹਦੇ ਜਵਾਬ ਨਹੀਂ ਦਿੰਦੇ ਮਨੀਸ਼ ਸਿਸੋਦੀਆ।
चलो मेरे को हम वक्त नहीं हम समाप्त करना एक मिनट शीतल अग्रवाल लास्ट सवाल शीतल अग्रवाल लास्ट सवाल प्लीज रोपर साहब रुक जाओ प्लीज शीतल जी लास्ट क्वेश्चन शीतल जी चलो नहीं करता फिर नहीं कोई सुनना सवाल ना सुनो कोई नहीं मैं डिबेट खत्म कर दूंगा मेरे को वक्त नहीं है बहुत धन्यवाद रोपर साहब ਤੁਹਾਡਾ ਬਹੁਤ ਧੰਨਵਾਦ ਮੈਡਮ ਸੋਲ ਤੁਹਾਡਾ ਬਹੁਤ ਧੰਨਵਾਦ ਜੇਤੂ ਜੋਸ਼ੀ ਤੁਹਾਡਾ ਬਹੁਤ ਧੰਨਵਾਦ शीतल अग्रवाल ਤੁਹਾਡਾ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਮੇਰੇ ਕੋਲ ਵਕਤ ਨਹੀਂ ਹੈ ਮੈਂ ਤਾਂ ਆਖਰੀ ਸਵਾਲ ਕਰਨਾ ਸੀਗਾ ਪਰ ਆਖਰੀ ਸਵਾਲ ਕਿਸੇ ਨੇ ਲੈਣਾ ਨਹੀਂ ਇਹ ਸਵਾਲ ਤੁਹਾਡੇ ਅੱਗੇ ਪਿਆ ਸਰਕਾਰ ਬੈਕਫੁੱਟ ਤੇ ਆਊਗੀ ਜਾਂ ਕਾਂਗਰਸ ਜਿਹੜਾ ਪ੍ਰੋਟੈਸਟ ਕੀਤਾ ਉਹ ਸੰਵਿਧਾਨਕ ਹੱਕ ਦੇ ਤਹਿਤ ਕੀਤਾ ਪ੍ਰੋਟੈਸਟ ਕੀਤਾ ਜਾਂ ਮੰਗ ਪੱਤਰ ਦੇਣ ਵਾਸਤੇ ਗਏ ਸੀਗੇ ਇਹ ਸਾਰੇ ਸਵਾਲ ਪਏ ਆ ਪਰ ਵਿਜੀਲੈਂਸ ਦੀ ਕਾਰਵਾਈ ਦਾ ਵਿਰੋਧ ਕਰਕੇ ਇਹ ਸਿਆਸੀ ਧਿਰਾਂ ਇਹ ਸਾਬਤ ਕਰਨ ਵਿੱਚ ਲੱਗੀਆਂ ਹੋਈਆਂ ਕਿ ਜਿਹੜੀਆਂ ਜਾਂਚ ਏਜੰਸੀਆਂ ਹੈਗੀਆਂ ਸਾਡੀਆਂ ਕਠਪੁਤਲੀਆਂ ਹੈਗੀਆਂ ਹੁਣ ਜਾਂਚ ਏਜੰਸੀ ਨੇ ਤੈਅ ਕਰਨਾ ਹੈ ਕਿ ਉਹਦੇ ਕੋਲੇ ਸਬੂਤ ਕਿੰਨੇ ਹੈਗੇ ਆ ਅਦਾਲਤ ਵਿੱਚ ਕਿੰਨੇ ਰੱਖ ਪਾਉਂਦੇ ਆ ਉਹ ਸੜਕ ਤੇ ਇਹਨਾਂ ਨੇ ਸਿਆਸਤ ਕਰਨੀ ਹੈ ਅੱਜ ਨਹੀਂ ਕਰਨੀ ਕੱਲ ਵੀ ਕਰਨਗੇ ਪਰਸੋਂ ਵੀ ਕਰਨਗੇ ਚੌਥੇ ਵੀ ਕਰਨਗੇ ਤੇ ਇਹ ਸਰਕਾਰ ਦੇ ਕਾਰਜਕਾਲ ਵਿੱਚ ਕਰਦੇ ਰਹਿਣਗੇ ਪਰ ਜਾਂਚ ਏਜੰਸੀਆਂ ਅਦਾਲਤ ਵਿੱਚ ਇਹਨਾਂ ਸਬੂਤਾਂ ਨੂੰ ਕਿੰਨਾ ਪੁਖਤਾ ਕਰਦੀਆਂ ਫਿਰ ਪਤਾ ਲੱਗੂਗਾ ਕਿ ਕਰਪਸ਼ਨ ਫ੍ਰੀ ਮਾਡਲ ਦਾ ਸੱਚ ਹੈ ਕੀ ਹੈ ਤੇ ਜਿਹੜਾ ਕਲੇਸ਼ ਪਿਆ ਉਹਦੇ ਵਿੱਚ ਕਹਾਣੀ ਹੈ ਕੀ ਬਹੁਤ ਧੰਨਵਾਦ।